ਬੰਦਾ ਸਾਨੂੰ ਲੱਭਦਾ ਨਹੀਂ ਹੈਗਾ। ਉੱਥੋਂ ਦੇ ਡੀਐਸਪੀ ਨੇ ਕਹਿਤਾ ਮੈਨੂੰ ਮਾਮਲੇ ਦਾ ਪਤਾ ਨਹੀਂ ਸੀਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਔਰ ਤੁਸੀਂ ਇੱਕ ਇਹਦੇ 'ਚ ਬਹੁਤ ਐਕਟਿਵਲੀ ਪਾਰਟਿਸਿਪੇਟ ਕੀਤਾ ਹੈ, ਕੀ ਕਹੋਗੇ ਸਾਰੇ ਮਾਜਰੇ? ਕਿਧਰੇ ਨਾ ਕਿਧਰੇ ਉਹਨੂੰ ਬਚਾਉਣ ਦੇ ਕਰਕੇ ਜਿਹੜਾ ਪੁਲਿਸ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਦਾ ਪਲੱਸ ਪੋਲੀਟੀਕਲ ਸਿਸਟਮ ਜਿਹੜਾ ਕਿਧਰੇ ਨਾ ਕਿਧਰੇ ਦੋਨੋਂ ਹੱਥ ਮਿਲਾ ਕੇ ਤੇ ਇਹਦਾ ਜਿਹੜਾ ਹੈਗਾ ਬਚਾਅ ਕਰ ਰਿਹਾ। ਕਿਧਰੇ ਨਾ ਕਿਧਰੇ ਜਿਹੜੀ ਪੰਜਾਬ ਪੁਲਿਸ ਨੇ ਬਹੁਤ ਗਲਤ ਐਗਜ਼ਾਮਪਲ ਸੈੱਟ ਕੀਤਾ ਇੱਕ ਯੂਥ ਲਈ, ਬਿਕੋਜ਼ 26-27 ਸਾਲ ਦਾ ਮੁੰਡਾ, ਇਹਦੇ ਅਗੇਂਸਟ 2 ਪਰਚੇ ਨਹੀਂ ਹੈਗੇ ਆਮ ਜਗਤ ਤੇ। ਇਹਦੇ ਇੱਕ ਹੋਰ ਵੀ ਪਰਚਾ ਦਰਜ ਸੀਗਾ ਮਾਨਸਾ ਦੇ ਵਿੱਚ, ਆਲਰੇਡੀ ਇਹ ਬੇਲ ਤੇ ਆ, ਹਾਲਾਂਕਿ ਉਹ ਬੇਲੇਬਲ ਅਫੈਂਸਿਸ ਸੀਗੇ, ਬਟ ਉਹਦੇ 'ਚ ਨਾਨ ਬੇਲੇਬਲ ਵੀ ਧਾਰਾਵਾਂ ਜਿਹੜੀਆਂ ਲੱਗ ਸਕਦੀਆਂ ਸੀ, ਸੈਕਸ਼ਨ ਐਡ ਹੋ ਸਕਦੇ ਸੀਗੇ, ਬਟ ਉਹਦੇ 'ਚ ਨਹੀਂ ਲੱਗੀਆਂ। ਬਾਹਰ ਇੱਦਾਂ ਦਾ ਸਿਸਟਮ ਨਹੀਂ ਹੈ। ਆਪਾਂ ਕਿਧਰੇ ਨਾ ਕਿਧਰੇ ਬਾਹਰ ਦਾ ਜਿਹੜਾ ਕਲਚਰ ਹੈ ਆਪਾਂ ਅਪਣਾ ਜ਼ਰੂਰ ਲੈਂਦੇ ਹਾਂ, ਜਿਹੜਾ ਕਿ ਸਾਡੇ ਵਾਸਤੇ ਬੈਨੀਫਿਟ ਹੈ। ਜਾਣਾ ਸਾਰਾ ਪਸੰਦ ਕਰਦੇ, ਲੇਕਿਨ ਜਿਹੜਾ ਉਹਨੂੰ ਮੇਨਟੇਨ ਕਰਨਾ ਉਹ ਇੱਥੇ ਨਹੀਂ ਮੇਨਟੇਨ ਕਰਨਾ। ਕਈ ਜਿਹੜੀ ਚੀਜ਼ਾਂ ਨੇ ਉਹ ਇਹ ਦੇਖਦੀ ਵੀ ਇਹ ਹਿਊਮਨ ਸਾਈਕੋਲੋਜੀ ਦੇ ਉੱਤੇ ਡਿਪੈਂਡ ਕਰਦਾ, ਤੁਹਾਡੇ ਮਾਈਂਡ ਦੇ ਉੱਤੇ ਡਿਪੈਂਡ ਕਰਦਾ ਵੀ ਤੁਸੀਂ ਜਿਹੜਾ ਲਾਅ ਹੈ ਉਹ ਆਪਣੀ ਕੰਟਰੀ ਦਾ ਹੀ ਫੋਲੋ ਕਰੋ ਤੇ ਬਾਹਰ ਦੀ ਕੰਟਰੀ ਦਾ। ਜੇ ਅਸੀਂ ਬਾਹਰ ਜਾ ਕੇ ਦੂਜੀ ਕੰਟਰੀ ਦਾ ਲਾਅ ਫੋਲੋ ਕਰ ਸਕਦੇ ਹਾਂ ਤੇ ਅਸੀਂ ਆਪਣੀ ਕੰਟਰੀ ਦਾ ਕਿਉਂ ਨਹੀਂ ਕਰ ਸਕਦੇ? ਚਾਹੇ ਵੀਆਈਪੀ ਹੈ, ਚਾਹੇ ਉਹ ਸਿੰਗਰ ਹੈ, ਪਰ ਜਦੋਂ ਇੱਕ ਪਰਟੀਕੂਲਰ ਕਾਨੂੰਨ ਦੇ ਨੀਚੇ ਬੰਦਾ ਆ ਜਾਂਦਾ ਤਾਂ ਉਸ ਟਾਈਮ ਤਾਂ ਉਹਦੀ ਜਿਹੜੀ ਹੈਗੀ ਆ ਉਸੇ ਤਰੀਕੇ ਨਾਲ ਟ੍ਰੀਟਮੈਂਟ ਹੋਣੀ ਚਾਹੀਦੀ ਹੈ ਜਿਹੜੀ ਲਾਈਨ ਆਫ ਟ੍ਰੀਟਮੈਂਟ ਦੂਜੇ ਕਿਸੇ ਨਾਲ ਵੀ ਹੁੰਦੀ ਹੈ। ਅਸੀਂ ਇਸੇ ਚੀਜ਼ ਵਾਸਤੇ ਲੜ ਰਹੇ ਹਾਂ ਵੀ ਜਿਹੜਾ ਕਾਮਨ ਮੈਨ ਤੇ ਇੱਕ ਵੀਆਈਪੀ ਜਿਹੜਾ ਕਲਚਰ ਰਹੇਗਾ ਜਾਂ ਇੱਕ ਸੈਲੀਬ੍ਰਿਟੀ ਨੂੰ ਜਿਹੜਾ ਟ੍ਰੀਟਮੈਂਟ ਦੇ ਰਹੇ ਨੇ, ਉਹਦੀ ਸਾਡੇ ਨਾਲ ਲੜਾਈ ਹੈ। ਸਾਡੀ ਸਿੱਧੂ ਮੂਸੇਵਾਲੇ ਨਾਲ ਕੋਈ ਲੜਾਈ ਨਹੀਂ। ਤੁਸੀਂ ਇਹਦੇ ਵਿੱਚ ਅੱਗੇ ਜਿਹੜਾ ਹੁਣ ਤੁਹਾਡਾ ਲਾਈਨ ਆਫ ਕੋਰਸ ਕੀ ਹੋਏਗਾ? ਤੁਸੀਂ ਇਹਨੂੰ ਕੇਸ ਨੂੰ ਅੱਗੇ ਕਿਵੇਂ ਪਰਸਿਊ ਕਰੋਗੇ ਜਾਂ ਤੁਸੀਂ ਅੱਗੇ ਕੀ ਐਕਸਪੈਕਟ ਕਰ ਰਹੇ ਹੋ ਜੁਡੀਸ਼ਰੀ ਤੋਂ ਤੇ ਇਨਵੈਸਟੀਗੇਟਿਵ ਏਜੰਸੀ ਤੋਂ ਜਾਂ ਆਪਣੇ ਆਪ ਤੋਂ? ਸਾਡੇ ਲਾਈਨ ਆਫ ਐਕਸ਼ਨ ਦਾ ਜਿਹੜਾ ਹੈਗਾ ਬਾਅਦ 'ਚ ਪਤਾ ਲੱਗਣਾ। ਪਹਿਲਾਂ ਲਾਈਨ ਆਫ ਐਕਸ਼ਨ ਜਿਹੜਾ ਪੰਜਾਬ ਪੁਲਿਸ ਦਾ ਕੀ ਹੁੰਦਾ ਤੇ ਉਹ ਜੇ ਫਿਰ ਇਨਵੈਸਟੀਗੇਸ਼ਨ ਕਰਦੀ ਹੈ ਨਹੀਂ ਕਰਦੀ, ਜਿਹੜਾ ਕਿ ਸਾਨੂੰ ਉਮੀਦ ਨਹੀਂ ਹੈ, ਤਾਂ ਅਸੀਂ ਜਿਹੜਾ ਹੈਗਾ ਇਹ ਐਸਐਚਓ ਦੀ ਤੇ ਆਈਜੀ ਦੀ, ਜਿਹੜੇ ਐਸਐਚਓ ਤੇ ਡੀਐਸਪੀ ਜਿਹੜੇ ਛੇਪੜ ਨੇ ਉਹਨਾਂ ਦੀ ਅਸੀਂ ਕੰਪਲੇਂਟ ਕਰਤੀ ਹੈ। ਵਿੱਚ ਆਈਜੀ ਦਾ ਵੀ ਜਿਹੜਾ ਉਹਦੇ 'ਚ ਮੈਂਸ਼ਨ ਕਰਤਾ ਵੀ ਹਾਂ ਵੀ ਉਹਨਾਂ ਦਾ ਲਾਈਨ ਆਫ ਐਕਸ਼ਨ ਕੀ ਸੀਗਾ ਜਦੋਂ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਿੰਦੂ ਸਿੰਘ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਅ ਡਾਇਲੌਗ ਲੈ ਕੇ। ਸਿੱਧੂ ਮੂਸੇਵਾਲਾ, ਇਹ ਨਾਮ ਨੂੰ ਕੌਣ ਨਹੀਂ ਜਾਣਦਾ। ਕਈ ਤਰ੍ਹਾਂ ਦੇ ਗਾਣਿਆਂ 'ਤੇ ਉਹਨਾਂ ਦੀ ਓਬਜੈਕਸ਼ਨ ਹੋਈ, ਬਹੁਤ ਸਾਰੀਆਂ ਗਾਣਿਆਂ 'ਤੇ ਉਹਨਾਂ ਦੀ ਬਾਰ-ਬਾਰ ਜਿਹੜੀ ਇਹ ਗੱਲ ਵਾਪਸ ਆਈ। ਕਿਤੇ ਨਾ ਕਿਤੇ ਗੱਲ ਹਥਿਆਰਾਂ ਦੀ ਹੁੰਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜਿਹੜਾ ਪੰਜਾਬੀ ਕਲਚਰ ਹੈ ਉਸ ਤੋਂ ਹਟ ਕੇ ਜਿਹੜੇ ਇਹ ਗਾਇਕ ਇੱਦਾਂ ਦੇ ਗਾਣੇ ਗਾਉਂਦੇ ਹੈ ਉਸ 'ਤੇ ਕਿਤੇ ਨਾ ਕਿਤੇ ਸਾਡੇ ਕਲਚਰ ਨੂੰ ਜਿਹੜਾ ਉਹ ਢਾਹ ਲੱਗਦੀ ਹੈ। ਇਹੀ ਸਿਰਫ ਨਹੀਂ, ਇੱਥੇ ਹੀ ਖ਼ਤਮ ਨਹੀਂ ਹੁੰਦੀ ਕਹਾਣੀ। ਇਸ ਦੇ ਨਾਲ ਹੁਣ ਜਿਹੜਾ ਤੁਸੀਂ ਸਭ ਜਾਣਦੇ ਹੋ, ਟੀਵੀ ਸਭ ਦੇਖ ਰਹੇ ਹੋ, ਖਬਰਾਂ ਸਭ ਪੜ੍ਹ ਰਹੇ ਹੋ, ਅਲੱਗ-ਅਲੱਗ ਖਬਰਾਂ ਨਸ਼ਰ ਹੋ ਰਹੀਆਂ ਨੇ, ਟੀਵੀ 'ਤੇ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਅਤੇ ਇੱਕ ਪਿੱਛੇ ਉਹਨਾਂ 'ਤੇ ਕੇਸ ਹੋਏ ਨੇ 2, ਉਹੀ ਅੱਗੇ ਵੱਧ ਕੇ ਮਾਮਲਾ ਬਹੁਤ ਜ਼ਿਆਦਾ ਅੱਗੇ ਚਲੇ ਗਿਆ। 2 ਜਿਹੜੇ ਕੇਸਿਸ ਹੋਏ ਸੀਗੇ ਉਹਦੇ ਵਿੱਚ ਇੱਕ ਨੁਕਤਾ ਨਹੀਂ ਸੀਗਾ ਆਰਮਜ਼ ਐਕਟ ਦਾ, ਕਿਉਂਕਿ ਉਹ ਕੇਸਿਸ ਸਿੱਧੇ ਹਥਿਆਰ ਦੇ ਨਾਲ ਸੰਬੰਧਿਤ ਸੀਗੇ। ਉਸ ਨੂੰ ਲੈ ਕੇ ਇੱਕ ਵਕੀਲ ਨੇ ਜਿਹੜੇ ਕਿ ਹਾਈ ਕੋਰਟ 'ਚ ਪ੍ਰੈਕਟਿਸ ਕਰਦੇ ਨੇ, ਰਵੀ ਜੋਸ਼ੀ ਨੇ PIL ਪਾਈ, ਪਬਲਿਕ ਲਿਟੀਗੇਸ਼ਨ ਪਾਈ, ਜਿਹਦੇ ਨਾਲ ਕਿ ਉਹਨਾਂ ਨੇ ਆਪਣੀ ਗੱਲ ਨੂੰ ਅੱਗੇ ਰੱਖੀ ਅਤੇ ਫਿਰ ਬਾਅਦ ਵਿੱਚ ਉਹ ਜਿਹੜੀ ਧਾਰਾ ਸੀਗੀ ਉਹ ਜੁੜੀ। ਹੁਣ ਗੱਲ ਆਉਂਦੀ ਹੈ ਕਿ ਪਿੱਛੇ ਜੇ ਉਹਨਾਂ ਦਾ ਚਲਾਨ ਹੋਇਆ, ਸਿੱਧੂ ਮੂਸੇਵਾਲਾ ਦਾ ਗੱਡੀ ਦਾ ਚਲਾਨ, ਪੁਲਿਸ ਜਿਹੜੀ ਹੈ ਉਹ ਕਹਿੰਦੀ ਹੈ ਵੀ ਸਾਨੂੰ ਲੱਭ ਨਹੀਂ ਰਿਹਾ। ਉਸ ਦਿਨ ਉਹਨਾਂ ਨੂੰ ਲੱਭ ਗਿਆ ਅਤੇ ਉਹਨਾਂ ਨੇ ਛੱਡਤਾ। ਸਾਰਾ ਵਾਕਿਆ ਬੜਾ ਅਜੀਬੋ-ਗਰੀਬ ਮੈਲੋਡਰਾਮੈਟਿਕ ਜਿਹਾ ਸੀਗਾ। ਅੱਜ ਸਾਡੇ ਨਾਲ ਜਿਹੜੇ ਮੇਰੇ ਮਹਿਮਾਨ ਨੇ ਇਸ ਪ੍ਰੋਗਰਾਮ ਦੇ ਵਿੱਚ ਉਹ ਰਵੀ ਜੋਸ਼ੀ ਜੀ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਵੀ ਇਹ ਮਾਮਲਾ ਸਾਰਾ ਸੀਗਾ ਕਿਵੇਂ ਔਰ ਹੁਣ ਕਿੱਥੇ ਪਹੁੰਚਿਆ। ਰਵੀ ਜੀ, ਤੁਹਾਡਾ ਸਵਾਗਤ ਹੈ। ਨਮਸਕਾਰ। ਬੇਸਿਕ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹਾਂਗੀ ਉਹ ਬੇਸਿਕਲੀ ਸ਼ੁਰੂਆਤ ਆਪਾਂ ਕਰ ਰਹੇ ਹੈਗੇ ਹਾਂ ਅੱਜ ਤੋਂ, ਮਤਲਬ ਕਿ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਤੋਂ। ਜਿਹੜਾ ਪਿੱਛੇ ਹੋਇਆ ਖਾਸ ਕਰਕੇ ਕਾਰ ਦੀ, ਜਿਹੜਾ ਮੂਸੇਵਾਲਾ ਦੀ ਜੇ ਆਪਾਂ ਗੱਲ ਕਰੀਏ, ਉਹਦੀ ਕਾਰ ਦਾ ਚਲਾਨ ਹੋਇਆ ਸੀਗਾ। ਗੱਲ ਉੱਥੋਂ ਆਪਾਂ ਪਿੱਛੇ ਰਿਵਾਈਂਡ ਕਰਾਂਗੇ। ਉਹਦੇ ਬਾਅਦ ਵੀ ਪੁਲਿਸ ਕਹਿੰਦੀ ਹੈ ਵੀ ਬੰਦਾ ਸਾਨੂੰ ਲੱਭਦਾ ਨਹੀਂ ਹੈਗਾ। ਉੱਥੋਂ ਦੇ DSP ਨੇ ਕਹਿਤਾ ਮੈਨੂੰ ਮਾਮਲੇ ਦਾ ਪਤਾ ਨਹੀਂ ਸੀਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਔਰ ਤੁਸੀਂ ਇੱਕ ਇਹਦੇ 'ਚ ਬਹੁਤ ਐਕਟਿਵਲੀ ਪਾਰਟਿਸਿਪੇਟ ਕੀਤਾ ਹੈ, ਕੀ ਕਹੋਗੇ ਸਾਰੇ ਮਾਜਰੇ 'ਚ? ਇਹ ਤਾਂ ਮੈਮ ਜਿਹੜੀ ਸਾਰੀਆਂ ਗੱਲਾਂ ਹੋਈਆਂ ਨੇ ਉਹਦੇ 'ਚ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਮੈਂ ਸਾਫ਼ ਸਪਸ਼ਟ ਦੇ ਵਿੱਚ ਇਹ ਗੱਲ ਕਹੂੰਗਾ ਵੀ ਪੁਲਿਸ ਜਿਹੜੀ ਹੈ ਕਿਤੇ ਨਾ ਕਿਤੇ ਉਹਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ ਉਹਨੂੰ ਨਾ ਅਰੈਸਟ ਕਰਨ ਦੇ ਵਿੱਚ। ਫਰੋਮ ਦਾ
ਵੈਰੀ ਫਸਟ ਡੇ ਬਿਕੋਜ਼ ਜਿਹੜੀਆਂ ਇਹਦੇ 'ਚ ਸੈਕਸ਼ਨਸ ਜਿਹੜੇ ਲੱਗੇ ਸੀਗੇ ਉਹ ਜਸਟ ਇੱਕ ਸਿੰਪਲ ਕਰਫਿਊ ਦੀ ਵਾਇਲੇਸ਼ਨਸ ਦੇ ਜਿਹੜੇ ਲੱਗੇ ਸੀਗੇ। ਜਿਹੜਾ ਇੱਕ ਆਮ ਬੰਦਾ ਵੀ ਕਿਧਰੇ ਮਾਰਕੀਟ ਦੇ ਵਿੱਚ ਵੀ ਜਾਂਦਾ, ਕਰਫਿਊ ਦੇ ਮਾਰਕੀਟ ਤਾਂ ਬੰਦ ਹੁੰਦੀਆਂ ਨੇ, ਪਰ ਫਿਰ ਵੀ ਕਿਧਰੇ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਜਾਂ ਪਾਇਆ ਜਾਂਦਾ ਕਿਸੇ ਵੀ ਰੀਜ਼ਨ ਤੋਂ ਜਾਂਦਾ, ਬੇਸ਼ੱਕ ਆਪਣੇ ਫਰੈਂਡ ਦੇ ਘਰੇ ਜਾਣ ਨੂੰ ਹੋਵੇ, ਤੇ ਉਹਦੇ 'ਚ ਜਿਹੜੀ ਧਾਰਾਵਾਂ ਲੱਗਦੀਆਂ ਨੇ ਸਿੰਪਲ ਇਹੀ ਧਾਰਾਵਾਂ ਲੱਗੀਆਂ ਸੀਗੀਆਂ। ਜਸਟ ਬਿਕੋਜ਼ ਉਹਨੂੰ ਕਿਧਰੇ ਨਾ ਕਿਧਰੇ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਕਿਧਰੇ ਨਾ ਕਿਧਰੇ ਬਹੁਤ ਤਕੜਾ ਸ਼ੈਲਟਰ ਸੀਗਾ। ਜਦੋਂ ਸਾਡੀ ਨੌਲੇਜ ਦੇ ਵਿੱਚ ਗੱਲ ਆਈ ਤੇ ਤੁਸੀਂ ਜਿਵੇਂ ਪਹਿਲਾਂ ਕਿਹਾ ਸੀ PAL ਜਦੋਂ PAL ਪਾਈ ਹੈ ਤੇ ਉਹ ਐਂਡ ਤੱਕ ਤੁਸੀਂ ਗੱਲ ਵਿੱਚ ਮਿਸ ਕਰ ਗਏ। ਐਂਡ ਤੱਕ ਕਿਧਰੇ ਨਾ ਕਿਧਰੇ ਜਿਹੜਾ ਹੈਗਾ PAL ਦੀ ਸੁਣਵਾਈ ਤੋਂ ਉਹ 50 ਮਿੰਟ ਪਹਿਲਾਂ ਤੱਕ ਜਿਹੜਾ ਉਹਨਾਂ ਨੇ ਪੂਰਾ ਜ਼ੋਰ ਲਾਇਆ ਵੀ PAL ਅਸੀਂ ਜਿਹੜਾ ਆਰਮਸ ਐਕਟ ਨਾ ਲੱਗੇ। ਮਿਸਟਰ ਜਤਿੰਦਰ ਸਿੰਘ ਔਲਖ ਜੀ ਨੇ 2 ਇਹਦੇ 'ਚ ਐਫੀਡੇਵਿਟ ਫਾਈਲ ਕੀਤੇ ਨੇ, ਇੱਕ 14th ਨੂੰ ਕੀਤਾ, ਜਿਹਦੇ 'ਚ ਉਹਨਾਂ ਨੇ ਇਹ ਜ਼ਰੂਰ ਮੰਨਿਆ, ਐਡਮਿਸ਼ਨ ਜ਼ਰੂਰ ਹੈ ਉਹਨਾਂ ਦੀ ਵੀ ਜਿਹੜਾ ਅਸੀਂ ਆਪਣੇ ਸਾਨੂੰ ਜਿਹੜਾ ਹੈਗਾ ਸੀਕ੍ਰੇਟ ਇਨਫੋਰਮਰ ਤੋਂ ਇਹ ਪਤਾ ਲੱਗਿਆ ਵੀ ਉਹ ਕੋਰੋਨਾ ਵਾਇਰਸ ਜਿਹੜਾ ਸਪਰੈਡ ਕਰ ਰਹੇ ਸੀਗੇ ਐਂਡ ਉਹ ਜਿਹੜੇ ਵੈਪਨਸ ਚਲਾ ਰਹੇ ਸੀ। ਬਟ ਉਹਨਾਂ ਦੀ ਐਡਮਿਸ਼ਨ ਦੇ ਨਾਲ ਨਾਲ ਉਹਨਾਂ ਨੇ ਕਿਧਰੇ ਇਹ ਨਹੀਂ ਐਫੀਡੇਵਿਟ ਦੇ ਵਿੱਚ ਲਾਇਆ ਵੀ ਅਸੀਂ ਆਰਮਸ ਐਕਟ ਵੀ ਲਾ ਰਹੇ ਨੇ। ਦੈਨ 18 ਤਰੀਕ ਨੂੰ ਜਦੋਂ ਹੀਅਰਿੰਗ ਸੀਗੀ, ਪ੍ਰਾਇਰ ਹੀਅਰਿੰਗ 50 ਮਿੰਟਸ ਪਹਿਲਾਂ ਉਹਨਾਂ ਨੇ ਇੱਕ ਐਡੀਸ਼ਨਲ ਐਫੀਡੇਵਿਟ ਫਾਈਲ ਕੀਤਾ 1.5 ਪੇਜ ਦਾ, ਜਿਹਦੇ 'ਚ ਉਹਨਾਂ ਨੇ 2 ਨੰਬਰ ਪੈਰੇ ਦੇ ਵਿੱਚ ਲਿਖਿਆ ਵੀ ਸੀ ਦੋਨੋਂ FIR ਦੇ ਵਿੱਚ ਸੰਗਰੂਰ ਐਂਡ ਬਰਨਾਲਾ ਦੋਨਾਂ ਦੇ ਵਿੱਚ ਅਸੀਂ ਜਿਹੜਾ ਆਰਮਸ ਐਕਟ ਅਸੀਂ ਲਾ ਦਿੱਤਾ। ਸੋ ਕਿਧਰੇ ਨਾ ਕਿਧਰੇ ਉਹਨਾਂ ਨੇ ਬਿਲਕੁਲ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸ਼ਾਇਦ ਜਿੱਥੇ ਤੱਕ ਮੈਨੂੰ ਲੱਗਦਾ ਵੀ ਇਹਦੇ ਜਿਹੜੇ ਮਦਰ ਨੇ ਉਹ ਸਰਪੰਚ ਨੇ, ਯੂਨੈਨਿਮਸਲੀ ਸਰਪੰਚ ਬਣੇ ਸੀਗੇ ਐਂਡ ਜਿਹੜਾ ਇੱਕ ਉਹਨਾਂ ਨੂੰ ਜਿਹੜਾ ਕਿ ਪੋਲੀਟੀਸ਼ੀਅਨ ਨੂੰ ਜਿਹੜਾ ਕਰਾਊਡ ਚਾਹੀਦਾ ਹੁੰਦਾ ਬਿਕੋਜ਼ ਬੀਇੰਗ ਅ ਸਿੰਗਰ ਅਤੇ ਯੂਥ ਦੇ ਵਿੱਚ ਵੀ ਚਲੋ ਉਸ ਹਿਸਾਬ ਨਾਲ ਜਿਹੜੇ ਜਿਨ੍ਹਾਂ ਦੇ ਇੱਦਾਂ ਦੀ ਥਿੰਕਿੰਗ ਦੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਫੋਲੋਇੰਗ ਹੈਗੀ ਹੈ ਅਤੇ ਯੂਥ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਸੋ ਉਹਨਾਂ ਨੂੰ ਪਤਾ ਵੀ ਜੇ ਕੱਲ੍ਹ ਨੂੰ ਅਸੀਂ ਇਹਨੂੰ ਆਪਣੇ ਕੋਲ ਰੱਖਾਂਗੇ ਤਾਂ ਆਪਾਂ ਕਿਤੇ ਨਾ ਕਿਤੇ ਜਿਹੜਾ ਯੂਥ ਦਾ ਜਿਹੜਾ ਕਰਾਊਡ ਹੈ ਅਸੀਂ ਇਕੱਠਾ ਕਰ ਸਕਦੇ ਹਾਂ ਪੂਰੇ ਪੰਜਾਬ ਦੇ ਵਿੱਚ ਵੀ ਕਿਤੇ ਵੀ। ਸੋ ਉਸ ਹਿਸਾਬ ਨਾਲ ਮੈਨੂੰ ਲੱਗਦਾ ਥੋੜ੍ਹਾ ਪੋਲੀਟੀਕਲੀ ਪ੍ਰੈਸ਼ਰ ਵੀ ਜਿਹੜਾ ਪੁਲਿਸ ਵਾਲਿਆਂ ਦੇ ਉੱਤੇ ਸੀਗਾ। ਸੋ ਕਿਤੇ ਨਾ ਕਿਧਰੇ ਉਹਨੂੰ ਬਚਾਉਣ ਦੇ ਕਰਕੇ ਜਿਹੜਾ ਪੁਲਿਸ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਦਾ ਪਲੱਸ ਪੋਲੀਟੀਕਲ ਸਿਸਟਮ ਜਿਹੜਾ ਕਿਧਰੇ ਨਾ ਕਿਧਰੇ ਦੋਨੋਂ ਹੱਥ ਮਿਲਾ ਕੇ ਤੇ ਇਹਦਾ ਜਿਹੜਾ ਹੈਗਾ ਬਚਾਅ ਕਰ ਰਹੇ ਨੇ। ਤੁਸੀਂ ਜਿਵੇਂ ਹੁਣੀ ਆਪਣੇ ਆਪ ਕਿਹਾ ਕਿ ਪੋਲੀਟੀਕਲ ਸਿਸਟਮ ਜਿਹੜਾ ਉਹ ਕਿਤੇ ਬੈਕ 'ਤੇ ਹੈਗਾ, ਪਰ ਦੇਖਣ ਵਾਲੀ ਗੱਲ ਹੈ ਜਿਹੜਾ ਆਮ ਬੰਦਾ ਹੁੰਦਾ ਜੇ ਉਹ ਕਿਤੇ ਵੀ ਵਾਂਟਡ ਕਿਸੇ ਵੀ ਕੇਸ 'ਚ ਹੁੰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਇੱਦਾਂ ਨਿੱਕਾ ਜਿਹਾ ਵੀ ਈਵਨ 751 ਦਾ ਵੀ ਜੇ ਹੋ ਜਾਂਦਾ ਤੇ ਉਹ UP ਬਿਹਾਰ MP ਤੋਂ ਵੀ ਪਕੜ ਕੇ ਲੈ ਆਇਆ ਜਾਂਦਾ ਜਾਂ ਹਰ ਚੀਜ਼ ਦੀ ਸੂਹ ਹੁੰਦੀ ਹੈ। ਇਹ ਇੰਨਾ ਪਾਪੂਲਰ ਫੇਸ ਸਾਰਾ ਕੁਝ ਉਹਦੇ ਬਾਵਜੂਦ ਵੀ ਕਾਨੂੰਨ ਕੀ ਆਮ ਬੰਦੇ ਲਈ ਤੇ ਸਪੈਸ਼ਲ ਲੋਕਾਂ ਲਈ ਵਾਕਈ ਅਲੱਗ ਹੈ ਪ੍ਰੈਕਟੀਕਲੀ? ਦੇਖੋ ਜੀ, ਅਸੀਂ ਪਹਿਲਾਂ ਤਾਂ ਅਸੀਂ ਪਹਿਲਾਂ ਵੀ ਗੱਲ ਕਹੀ ਹੈ ਅਤੇ ਇਹ ਵੀ ਹੁਣ ਮੈਂ ਤੁਹਾਨੂੰ ਅੱਜ ਫੇਰ ਕਹਿ ਰਿਹਾ ਤੁਹਾਡੇ ਚੈਨਲ ਦੇ ਉੱਤੇ ਵੀ ਸਾਡੀ ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਪਰਸਨਲੀ ਦੁਸ਼ਮਣੀ ਨਹੀਂ ਹੈ। ਜਿਵੇਂ ਤੁਸੀਂ ਇੱਕ ਐਜ਼ ਅ ਕਾਮਨ ਮੈਨ ਵਰਡ ਯੂਜ਼ ਕੀਤਾ, ਅਸੀਂ ਵੀ ਕਾਮਨ ਮੈਨ ਹਾਂ। ਸਾਡੇ ਘਰ ਦੇ ਵਿੱਚ ਵੀ ਲਾਇਸੈਂਸੀ ਵੈਪਨ ਹੋਣਗੇ, ਤੁਹਾਡੇ ਘਰ ਦੇ ਕੋਲ ਵੀ ਹੋਣਗੇ। ਬਟ ਜਦੋਂ ਵੀ ਕੋਈ ਲਾਇਸੈਂਸਿੰਗ ਵੈਪਨ ਨਾਲ ਵੀ ਜਦੋਂ ਕੋਈ ਫਾਇਰ ਕਰਦਾ ਕਿਧਰੇ ਆਪਣੇ ਵਿਆਹ ਸ਼ਾਦੀ ਦੇ ਵਿੱਚ ਜਾਂ ਆਪਣੀ ਐਗਰੀਕਲਚਰ ਲੈਂਡ ਜਾਂ ਆਪਣੇ ਘਰ ਦੀ ਛੱਤ ਦੇ ਉੱਤੇ ਖੜਾ ਹੋ ਕੇ ਕੁਛ ਵੀ ਹੈ ਜਿਹਦੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਲਾਇਸੈਂਸਿੰਗ ਵੈਪਨ ਆ ਉਹ ਜਿਹੜਾ ਕਿ ਨਾਨ ਪ੍ਰੋਵਾਈਡਡ ਵੈਪਨ ਹੈ ਉਹਦੇ ਨਾਲ ਵੀ ਫਾਇਰ ਕਰਦਾ ਤਾਂ ਵੀ ਉਹਦੇ ਅਗੇਂਸਟ ਜਿਹੜਾ ਆਰਮਸ ਐਕਟ ਉਹਦੇ ਲੱਗਦਾ ਹੀ ਲੱਗਦਾ ਅਤੇ ਪੁਲਿਸ ਉਹਦੇ 'ਤੇ FIR ਇਮੀਡੀਏਟਲੀ ਉਹਨੂੰ ਅਰੈਸਟ ਕਰਦੀ ਹੈ, ਉਹਦਾ ਪੁਲਿਸ ਰਿਮਾਂਡ ਲੈਂਦੀ ਹੈ ਅਤੇ ਪਲੱਸ ਉਸ ਤੋਂ ਬਾਅਦ ਜਿਹੜਾ ਹੈਗਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਵੀ ਉਹਨੂੰ ਜਾਣਾ ਪੈਂਦਾ ਅਤੇ ਉਸ ਤੋਂ ਬਾਅਦ ਰੈਗੂਲਰ ਬੇਲ ਉਹਦੀ ਹੁੰਦੀ ਹੈ। ਜੇਲ੍ਹ ਦੇ ਦਰਵਾਜ਼ੇ ਵੀ ਉਹਨੂੰ ਦੇਖਣੇ ਪੈਂਦੇ ਨੇ। ਬਟ ਇਹਦੇ 'ਚ ਕਿਧਰੇ ਨਾ ਕਿਧਰੇ ਆਰਮਸ ਐਕਟ ਤਾਂ ਬਹੁਤ ਦੂਰ ਦੀ ਗੱਲ ਹੈ ਵੀ ਉਹ ਤਾਂ ਜਸਟ PIL ਕਰਕੇ ਲੱਗਿਆ, ਇਹਦੇ 'ਚ ਤਾਂ ਸਾਰੇ ਕਾਨੂੰਨ ਦੀ ਧੱਜੀਆਂ ਉਡਾਤੀਆਂ ਉਹਨਾਂ ਨੇ। ਸੋ ਕਿਧਰੇ ਨਾ ਕਿਧਰੇ ਜਿਹੜੀ ਪੰਜਾਬ ਪੁਲਿਸ ਨੇ ਬਹੁਤ ਗਲਤ ਐਗਜ਼ਾਮਪਲ ਸੈੱਟ ਕੀਤਾ ਇੱਕ ਯੂਥ ਲਈ ਬਿਕੋਜ਼ 26-27 ਸਾਲ ਦਾ ਮੁੰਡਾ, ਇਹਦੇ ਅਗੇਂਸਟ 2 ਪਰਚੇ ਨਹੀਂ ਹੈਗੇ ਆਰਮਸ ਐਕਟ ਦੇ, ਇਹਦੇ ਇੱਕ ਹੋਰ ਵੀ ਪਰਚਾ ਦਰਜ ਸੀਗਾ ਮਾਨਸਾ ਦੇ ਵਿੱਚ, ਆਲਰੇਡੀ ਇਹ ਬੇਲ 'ਤੇ ਆ, ਹਾਲਾਂਕਿ ਉਹ ਬੇਲੇਬਲ ਅਫੈਂਸਿਸ ਸੀਗੇ ਬਟ ਉਹਦੇ 'ਚ ਨਾਨ ਬੇਲੇਬਲ ਵੀ ਧਾਰਾਵਾਂ ਜਿਹੜੀਆਂ ਲੱਗ ਸਕਦੀਆਂ ਸੀ, ਸੈਕਸ਼ਨ ਐਡ ਹੋ ਸਕਦੇ ਸੀਗੇ ਬਟ ਉਹਦੇ 'ਚ ਨਹੀਂ ਲੱਗੀਆਂ। ਲੇਕਿਨ ਮਾਨਸਾ ਦੇ ਵਿੱਚ ਟ੍ਰਾਇਲ ਤਾਂ ਚੱਲ ਰਿਹਾ। 26 ਸਾਲ ਦੀ ਉਮਰ ਦੇ 3 ਕੇਸ ਹੋ ਗਏ। ਹੁਣ ਵੀ ਜਿਹੜਾ ਹੈਗਾ ਰੀਸੈਂਟਲੀ ਜਿਹੜਾ ਆਪਣੇ ਪਹਿਲਾਂ ਤਾਂ ਪੁਲਿਸ ਕੋਲ ਬਹਾਨਾ ਸੀਗਾ ਵੀ ਸਾਨੂੰ ਲੱਭ ਨਹੀਂ ਰਿਹਾ ਜਾਂ ਕੁਛ ਹੋਰ ਹੈ, 100 ਚੀਜ਼ਾਂ ਸੀਗੀਆਂ ਵੀ ਉਹ ਨਹੀਂ ਮਿਲ ਰਿਹਾ। ਉਹਨਾਂ ਨੂੰ ਐਂਟੀਸਿਪੇਟਰੀ ਬੇਲ ਲੈਣ ਦਾ ਮੌਕਾ ਵੀ ਦਿੱਤਾ ਉਹਨਾਂ ਨੇ। ਐਂਟੀਸਿਪੇਟਰੀ ਬੇਲ ਲੈਣ ਦਾ ਮੌਕਾ ਪੁਲਿਸ ਨਹੀਂ ਦੇ ਸਕਦੀ। ਅਕਿਊਜ਼ ਕੋਲ ਰਾਈਟ ਹੈਗਾ ਐਂਟੀਸਿਪੇਟਰੀ ਬੇਲ ਲੈਣ ਦਾ ਐਜ਼ ਪਰ ਲਾਅ। ਅਸੀਂ ਵੀ ਐਂਟੀਸਿਪੇਟਰੀ ਲੋਕਾਂ ਦੀ ਬੇਲਾਂ ਕਰਾਈਆਂ ਨੇ ਬਟ ਪੁਲਿਸ ਦਾ ਕੋਈ ਰਾਈਟ ਨਹੀਂ ਬਣਦਾ ਵੀ ਅਕਿਊਜ਼ ਨੂੰ ਐਂਟੀਸਿਪੇਟਰੀ ਬੇਲ ਲੈਣ ਦਾ ਜਿਹੜਾ ਮੌਕਾ ਦੇਵੇ, ਜਿਹੜਾ ਕਿ ਇਸ ਕੇਸ ਦੇ ਵਿੱਚ ਪੰਜਾਬ ਪੁਲਿਸ ਦੇ ਆਫੀਸ਼ੀਅਲਸ ਨੂੰ ਵੀ ਮੌਕਾ ਦਿੱਤਾ ਗਿਆ
ਪਲੱਸ ਸਿੱਧੂ ਮੂਸੇਵਾਲੇ ਨੂੰ ਵੀ, ਉਹਦੇ ਨਾਲ ਜਿਹੜੇ ਕੋ ਐਕਿਊਜ਼ ਸੀਗੇ, ਇੱਕ ਦਲਜੀਤ ਸਿੰਘ ਵਿਰਕ ਹੈ ਜਿਹੜਾ ਨੈਸ਼ਨਲ ਸ਼ੂਟਰ ਹੈ, ਉਹਨਾਂ ਦਾ ਬੇਟਾ ਜੰਗਸ਼ੇਰ ਸਿੰਘ, ਉਹਨੂੰ ਵੀ ਮੌਕਾ ਦਿੱਤਾ ਗਿਆ, ਜਿਹਨੂੰ ਆਲਰੇਡੀ 2 ਜੂਨ ਨੂੰ ਜਿਹੜੀ ਹੈਗੀ ਆ ਐਂਟੀਸਪੈਕਟਰੀ ਬੇਲ ਮਿਲ ਚੁੱਕੀ ਹੈ, ਤੇ ਕੱਲ ਜਿਹੜੀ ਹੈ 2 ਪੁਲਿਸ ਵਾਲਿਆਂ ਨੂੰ ਮਿਲੀ ਹੈ, ਗੁਰਜਿੰਦਰ ਸਿੰਘ ਤੇ ਜਸਵੀਰ ਸਿੰਘ। ਬਾਕੀ ਹਲੇ 6 ਜਿਹੜੇ ਬੰਦੇ ਨੇ ਇਹਦੇ 'ਚ ਐਂਟੀਸਪੈਕਟਰੀ ਬੇਲ ਉਹਨਾਂ ਨੂੰ ਹਲੇ ਮਿਲੀ ਕੋਈ ਮਿਲੀ ਨਹੀਂ ਹੈ ਹਾਈ ਕੋਰਟ ਤੋਂ। ਬਰਨਾਲੇ ਦੇ ਸਿੱਧੂ ਮੂਸੇਵਾਲੇ ਤੇ ਹਲੇ ਈਵਨ ਤੱਕ ਕਿ ਐਂਟੀਸਪੈਕਟਰੀ ਬੇਲ ਵੀ ਨਹੀਂ ਲਾਈ। ਸੋ ਸਰੇਆਮ ਉਹ ਨਾਭੇ ਦੇ ਵਿੱਚ ਘੁੰਮ ਰਿਹਾ, ਤੇ ਡੀਐਸਪੀ ਜਿਹੜੇ ਛਿੱਬੜ ਨੇ, ਮਿਸਟਰ ਰਜੇਸ਼ ਛਿੱਬੜ, ਉਹ ਉਹਨਾਂ ਕਹਿ ਰਹੇ ਨੇ ਵੀ ਮੈਨੂੰ ਕਿਸੇ ਮਾਮਲੇ ਦਾ ਪਤਾ ਹੀ ਨਹੀਂ। ਤੇ ਮੈਂ ਨਾਲੇ ਵਕੀਲ ਸਾਹਿਬ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਜਿੱਥੇ ਚਲਾਨ ਕੱਟਿਆ ਜਾਂਦਾ ਹੈ ਔਰ ਜਿੱਥੇ ਉਹਨਾਂ ਦੀ ਐਫਆਈਆਰ ਹੁੰਦੀ ਹੈ ਬਰਨਾਲਾ 'ਚ, ਉਹ ਰੇਂਜ ਇੱਕ ਹੈ ਸਭ ਤੋਂ ਵੱਡੀ, ਇਹ ਵੀ ਦੇਖਣ ਵਾਲੀ ਗੱਲ ਹੈ। ਦੇਖੋ ਜੀ, ਪਟਿਆਲਾ, ਮੈਂ ਤੁਹਾਨੂੰ ਦੱਸਾਂਗਾ, ਮੈਨੂੰ ਮੇਰੇ ਫਰੈਂਡ ਨੇ ਦੱਸਿਆ ਨਾਭੇ ਦੇ ਵਿੱਚ, ਆਈ ਥਿੰਕ 5 ਮਿੰਟ ਤਾਂ ਮੈਂ ਤੁਹਾਨੂੰ ਬਹੁਤ ਜ਼ਿਆਦਾ ਕਹਿ ਦੂੰਗਾ, ਵਿਦਿਨ 2-3 ਮਿੰਟਸ ਮੈਨੂੰ ਇਨਫੋਰਮੇਸ਼ਨ ਮਿਲ ਗਈ ਸੀ। ਮੈਂ ਚੰਡੀਗੜ੍ਹ ਸੀਗਾ ਤੇ ਉਹਨਾਂ ਨੇ ਗੱਲ ਕਹੀ ਵੀ ਮੈਂ ਸਿੱਧੂ ਮੂਸੇਵਾਲੇ ਨੂੰ ਇੱਥੇ ਬੋਰਾ ਚੌਕ ਹੈ ਉੱਥੇ ਸ਼ਾਇਦ ਆਈ ਥਿੰਕ, ਤਾਂ ਉੱਥੇ ਫੜਿਆ ਹੋਇਆ। ਤੇ ਮੈਂ ਇਮੀਡੀਏਟਲੀ ਐਸਐਚਓ ਨੂੰ ਫੋਨ ਕੀਤਾ, ਤੇ ਪਹਿਲਾਂ ਮੁਨਸ਼ੀ ਨਾਲ ਮੇਰੀ ਗੱਲ ਹੋਈ, ਮੁਨਸ਼ੀ ਤੋਂ ਬਾਅਦ ਮੁਨਸ਼ੀ ਨੇ ਐਸਐਚਓ ਦਾ ਨੰਬਰ ਦਿੱਤਾ। ਕਹਿੰਦਾ ਜੀ ਮੈਨੂੰ ਨਹੀਂ ਪਤਾ, ਇਹਦੇ 'ਚ ਐਸਐਚਓ ਸਾਹਿਬ ਨੂੰ ਤੁਸੀਂ ਪੁੱਛੋ ਬੋਰਾ ਗੇਟ, ਉੱਥੇ ਉਹਨਾਂ ਨੂੰ ਉਹਨਾਂ ਦੀ ਨੌਲੇਜ ਹੋਏਗਾ। ਮੈਂ ਜਦੋਂ ਐਸਐਚਓ ਨੂੰ ਫੋਨ ਕੀਤਾ ਤੇ ਐਸਐਚਓ ਨੂੰ ਮੈਂ ਇਹ ਗੱਲ ਕਹੀ ਹੈ ਵੀ ਤੁਸੀਂ ਫੜਿਆ ਹੋਇਆ, ਉਹਨੇ ਐਡਮਿਸ਼ਨ ਕੀਤੀ ਹੈ ਵੀ ਹਾਂ ਮੈਂ ਫੜਿਆ, ਤੇ ਪਰ ਕਹਿੰਦੇ, ਮੈਂ ਕਿਹਾ ਵੀ ਇਹਦੇ ਅਗੇਂਸਟ ਜਿਹੜੇ ਨਾਨ ਅਵੇਲੇਬਲ ਜਿਹੜੀ ਧਾਰਾਵਾਂ ਲੱਗੀਆਂ ਹੋਈਆਂ ਨੇ, ਤੇ ਇਹ ਵਾਂਟਡ ਹੈ 2 ਕੇਸਾਂ ਦੇ ਵਿੱਚ, ਤੇ ਆਰਮਜ਼ ਐਕਟ ਐਡੇ ਹੋ ਰਿਹਾ ਵਾ। ਮੈਂ ਰਵੀ ਜੋਸ਼ੀ ਬੋਲ ਰਿਹਾ ਜਿਹਨੇ ਪੀਐਲ ਪਾਈ ਸੀਗੀ, ਸੋ ਇਹਨੂੰ ਤੁਸੀਂ ਇਮੀਡੀਏਟਲੀ ਅਰੈਸਟ ਕਰੋ। ਤੇ ਉਹਨੇ ਕਿਹਾ ਦੇਖੋ ਜੀ ਮੇਰੇ ਜਿਹੜੇ ਸੀਨੀਅਰਸ ਕਹਿਣਗੇ ਮੈਂ ਉਹਦੇ ਅਕੋਰਡਿੰਗਲੀ ਚੱਲਣਾ। ਉਹਨੂੰ ਮੈਂ ਹੀ ਨਹੀਂ ਦੱਸਿਆ ਸੀ ਮੈਂ ਤੇਰੀ ਰਿਕਾਰਡਿੰਗ ਕਰ ਰਿਹਾ। ਜਦੋਂ ਉਹਨੇ ਆਹ ਗੱਲ ਕਹੀ ਤੇ ਫਿਰ ਮੈਂ ਉਹਨੂੰ ਗੱਲ ਕਹੀ, ਮੈਂ ਕਿਹਾ ਆਫਿਸਰਸ ਨਹੀਂ, ਮੈਂ ਤੁਹਾਡੀ ਗੱਲ ਰਿਕਾਰਡ ਕਰ ਰਿਹਾ, ਬਿਕੋਜ਼ ਮੇਰਾ ਤੁਹਾਨੂੰ ਦੱਸਣਾ ਫਰਜ਼ ਸੀ। ਇਹ ਨਹੀਂ ਮੈਂ ਉਹਨੂੰ ਦੱਸਣਾ ਨਹੀਂ ਸੀਗਾ, ਮੈਂ ਉਹਨੂੰ ਦੱਸਣਾ ਸੀਗਾ, ਬਟ ਉਹਨੇ ਜਦੋਂ ਸੀਨੀਅਰਸ ਦੀ ਪਹਿਲਾਂ ਹੀ ਸੈਕਸ਼ਨ ਦੀ ਗੱਲ ਕਹਿਤੀ, ਇਟ ਮੀਨਸ ਉਹਨੂੰ ਕਿਧਰੇ ਨਾ ਕਿਧਰੇ ਪਤਾ ਸੀਗਾ ਵੀ ਮੈਂ ਇਹਦੇ ਅਗੇਂਸਟ ਜਿਹੜਾ ਹੈਗਾ ਵੀ ਪਰਚਾ ਦਰਜ ਹੋਇਆ ਹੋਇਆ, ਕਿਉਂਕਿ ਉਹਨਾਂ ਦੇ ਪੰਜਾਬ ਪੁਲਿਸ ਦੇ ਰੇਂਜ ਤਾਂ ਤੁਹਾਡੀ ਗੱਲ ਹੈ ਵੀ ਇੱਕੋ ਹੀ ਹੈ, ਪਟਿਆਲਾ ਰੇਂਜ ਮਿਸਟਰ ਜਤਿੰਦਰ ਸਿੰਘ ਔਲਖ ਜਿਹੜੇ ਉਸੇ ਰੇਂਜ ਦੇ ਨੇ, ਬਟ ਨਾਭਾ ਵੀ ਪਟਿਆਲੇ ਦੇ ਅੰਡਰ ਹੀ ਆਉਂਦਾ। ਸੋ ਕਈ ਚੀਜ਼ਾਂ ਜਿਹੜੀਆਂ ਨੇ ਮੈਟਰ ਕਰਦੀਆਂ ਨੇ। ਉਸ ਤੋਂ ਬਾਅਦ ਮੈਂ ਉਹਨੂੰ ਗੱਲ, ਜਦੋਂ ਮੈਂ ਉਹਨੂੰ ਕੱਲ ਕਿਹਾ ਮੈਂ ਤੇਰੀ ਗੱਲ ਰਿਕਾਰਡ ਕਰ ਰਿਹਾ, ਦੈਨ ਇਮੀਡੀਏਟਲੀ ਉਹਨੇ ਜਿਹੜਾ ਉਹ ਟਿਲਟ ਹੋ ਗਿਆ, ਕਹਿੰਦਾ ਮੈਂ ਐਜ਼ ਪਰ ਲਾਅ ਕਰ ਰਿਹਾ ਜੀ, ਜਿਹੜਾ ਮੈਂ ਚਲਾਨ ਕਰਨਾ ਮੈਂ ਚਲਾਨ ਕਰ ਰਿਹਾ, ਤੇ ਮੈਂ ਆਪਣੇ ਸੀਨੀਅਰਸ ਦੀ ਅਕੋਰਡਿੰਗਲੀ ਚੱਲਣਾ। ਉਸ ਤੋਂ ਬਾਅਦ ਫਿਰ ਮੈਂ ਐਸਐਸਪੀ, ਫਿਰ ਮੈਂ ਸੋਚਿਆ ਮੈਂ ਐਸਐਸਪੀ ਪਟਿਆਲਾ ਨੂੰ ਜਿਹੜਾ ਇਨਫੋਰਮ ਕਰਦਾ, ਬਿਕੋਜ਼ ਜਿਹੜੇ ਸੀਨੀਅਰਸ ਨੇ, ਕਿਉਂਕਿ ਡੀਐਸਪੀ ਦਾ ਮੇਰੇ ਕੋਲ ਨੰਬਰ ਨਹੀਂ ਸੀਗਾ ਤੇ ਸਿੱਧੂ ਸਾਹਿਬ ਦਾ ਮੇਰੇ ਕੋਲ ਨੰਬਰ ਸੀਗਾ। ਮੈਂ ਕਿਹਾ ਚਲੋ ਐਸਐਸਪੀ ਪਟਿਆਲਾ ਨੂੰ ਕਰਦੇ ਹਾਂ, ਬਟ ਇਮੀਡੀਏਟਲੀ ਮੇਰੇ ਦਿਮਾਗ 'ਚ ਆਇਆ ਵੀ ਜਿਹਨੇ ਐਫਆਈਆਰ ਫਾਈਲ ਕੀਤਾ, ਜਿਹਨੇ ਕਿਹਾ ਮੈਂ ਫੇਅਰ ਮੈਨਰ ਨਾਲ ਇਨਕੁਆਇਰੀ ਕਰੂੰਗਾ, ਮਿਸਟਰ ਜਤਿੰਦਰ ਸਿੰਘ ਔਲਖ ਜਿਹੜੇ ਆਈਜੀ ਨੇ, ਮੇਰਾ ਉਹਨਾਂ ਨੂੰ ਫਰਜ਼ ਬਣਦਾ ਸੀਗਾ, ਬਿਕੋਜ਼ ਆਪਣੇ ਜਿਹੜਾ ਐਫਆਈਆਰ ਫਾਈਲ ਕੀਤੇ ਨੇ 2 ਪੀਐਲ ਦੇ ਵਿੱਚ, ਉਹਨਾਂ ਨੇ ਫਾਈਲ ਕੀਤੇ ਨੇ। ਮੈਂ ਮਿਸਟਰ ਜਤਿੰਦਰ ਸਿੰਘ ਔਲਖ ਜੀ ਨੂੰ ਵੀ ਫੋਨ ਕੀਤਾ, ਮੈਂ ਉਹਨਾਂ ਨੂੰ ਸਾਰਾ ਇੰਸੀਡੈਂਟ ਦੱਸਿਆ, ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਦੇਖਦਾ ਵੀ ਮੈਂ ਕੀ ਇੰਸਟਰਕਸ਼ਨ ਦੇਣੀਆਂ ਨੇ ਫਰਦਰ, ਤੇ ਮੈਂ ਹਲੇ ਕਿਧਰੇ ਬਾਹਰ ਹਾਂ। ਤੁਸੀਂ ਗੱਲ ਕੀਤੀ ਹੈ ਜੋਸ਼ੀ ਜੀ ਕਿ ਪੁਲਿਸ ਦੀ ਗੱਲ ਕੀਤੀ ਹੈ ਤੁਸੀਂ, ਖਾਸ ਕਰਕੇ ਇੱਥੇ ਤੁਸੀਂ ਕਿਹਾ ਤੁਸੀਂ ਪੁਲਿਸ ਦੀ ਕਾਫੀ ਜਿਹੜਾ ਨੁਕਤਾ ਹੈ ਇਸ ਟਾਈਮ ਇੱਕ ਵਾਰੀ ਗੱਲ ਕੀਤੀ ਹੈ, ਪਰ ਜੇ ਆਪਾਂ ਥੋੜ੍ਹੇ ਹਟ ਕੇ ਦੇਖੀਏ, ਆਪਾਂ ਗਲੋਬਲੀ ਇਸ ਚੀਜ਼ ਨੂੰ ਦੇਖੀਏ, ਤਾਂ ਮੈਂ ਇੱਥੇ ਮੈਂਸ਼ਨ ਇੱਕ ਗੱਲ ਕਰਨਾ ਚਾਹਾਂਗੀ ਤੁਹਾਡੀ ਮੈਂਸ਼ਨਿੰਗ ਦੀ ਤਰ੍ਹਾਂ, ਕਿ ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜਾ ਇੱਕ ਬਵਾਲ ਜਿਹਾ ਮਚਿਆ ਹੋਇਆ, ਖਾਸ ਕਰਕੇ ਜਿਹੜਾ ਕਿ ਸੁਪਰ ਪਾਵਰ ਹੈਗਾ, ਔਰ ਜਿੱਥੇ ਟਰੰਪ ਵਰਗੇ ਪ੍ਰੈਜ਼ੀਡੈਂਟ ਨੇ, ਉੱਥੋਂ ਦੇ ਪ੍ਰੈਜ਼ ਨੇ, ਅਤੇ ਉੱਥੇ ਜਿਹੜਾ ਉਹ ਇੱਕ ਜਿਹੜਾ ਬਲੈਕ ਦੇ ਨਾਲ ਜਿਹੜੀ ਉਹ ਇੱਕ ਹਾਦਸਾ ਹੋਇਆ ਕਿ ਉਹਨਾਂ ਦੇ ਗਰਦਨ 'ਤੇ ਰੱਖ ਕੇ ਗੋਡਾ 'ਤੇ ਆਪਣੇ ਪੁਲਿਸ ਵਾਲਿਆਂ ਨੇ ਮਾਰਤਾ, ਜਦ ਕਿ ਉਸ ਹੁਣ ਗੱਲਾਂ ਆ ਰਹੀਆਂ ਨੇ ਕਿ ਉਹ ਜਿਹੜਾ ਬਲੈਕ ਜਿਹੜਾ ਜਿਹਦੀ ਡੈਥ ਹੋਈ ਹੈ, ਉਹ ਵੀ ਈਵਨ ਉਹਨੂੰ ਕਸਟੋਡੀਅਲ ਮੰਨਿਆ ਜਾ ਰਿਹਾ ਇੱਕ ਤਰ੍ਹਾਂ ਦਾ। ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਔਖੀ ਭਾਰੀ ਗੱਲ ਇਹ ਹੋਈ ਹੈ ਕਿ ਉਸ ਬੰਦੇ ਦੀ ਵੀ ਬੈਕਗਰਾਊਂਡ ਦੇ ਵਿੱਚ ਜਿਹੜਾ ਹੈਗਾ ਕੇਸਿਸ ਸੀਗੇ, ਮੀਨਸ ਉਹ ਵੀ ਕਿਤੇ ਨਾ ਕਿਤੇ ਕ੍ਰਿਮੀਨਲ ਬੈਕਗਰਾਊਂਡ ਤੋਂ ਸੀਗਾ, ਐਵੇਂ ਦੀ ਗੱਲਾਂ ਕੀਤੀਆਂ ਜਾਂਦੀਆਂ ਡਕੈਤੀ ਵਗੈਰਾ ਵਿੱਚ, ਹੋਰ ਕੇਸਿਸ ਦੇ ਵਿੱਚ, ਅਤੇ ਤਾਂ ਵੀ ਉਸ ਗੱਲ ਨੂੰ ਲੈ ਕੇ ਇੰਨੇ ਮੁਜ਼ਾਹਰੇ ਹੁੰਦੇ ਹੈ, ਪੁਲਿਸ ਨੂੰ ਈਵਨ ਨੀਲ ਡਾਊਨ ਹੋਣਾ ਪੈਂਦਾ ਉੱਥੇ। ਉਸ ਦੇ ਬਾਅਦ ਹੁਣ ਨਵੀਂ ਜਿਹੜੀ ਗੱਲ ਆ ਰਹੀ ਹੈ, ਉੱਥੇ ਡਿਮਾਂਡ ਇੱਕ ਉੱਠ ਗਈ ਹੈ ਇੱਕ ਪਰਟੀਕੂਲਰ ਤਬਕੇ ਵੱਲੋਂ ਕਿ ਪੁਲਿਸ ਨੂੰ ਡਿਸਬੈਂਡ ਕਰ ਦੇਣਾ ਚਾਹੀਦਾ ਹੈ, ਮੀਨਸ ਕਿ ਜਿਹੜੀ ਆਲਰੇਡੀ ਪੁਲਿਸ ਹੈਗੀ ਹੈ ਉਹਨੂੰ ਬਿਲਕੁਲ ਖਤਮ ਕਰ ਦੇਣਾ ਚਾਹੀਦਾ, ਮਤਲਬ ਰਿਫਾਰਮ ਵੱਲ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਜੋ ਕਿ ਨਵੇਂ ਤਰੀਕੇ ਦੀ ਪੁਲਿਸ ਨੂੰ ਭਰਤੀ ਕੀਤਾ ਜਾਵੇ। ਉਹਦੇ ਵਿੱਚ ਉਹਨਾਂ ਦੇ ਜਦ ਕਿ ਜਿਹੜੀਆਂ ਡਿਮਾਂਡਸ ਨੇ ਉਹ ਥੋੜ੍ਹੀ ਡਿਫਰੈਂਟ ਨੇ। ਉਹ ਕਹਿੰਦੇ ਵੀ ਹਿਊਮੈਨਿਟੀ, ਇਹਨਾਂ ਚੀਜ਼ਾਂ ਨੂੰ, ਮਾਈਨੋਰਿਟੀਜ਼, ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਪੁਲਿਸ ਨੂੰ ਇਹਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ, ਓਥ ਜਿਹੜੀ ਹੈਗੀ ਹੈ ਇਸ ਚੀਜ਼ ਦੀ ਚੱਕੀ ਜਾਣੀ ਚਾਹੀਦੀ, ਜਿਹੜੇ ਡਾਕਟਰਸ ਲੈਂਦੇ ਓਥ। ਅਤੇ ਇਸੇ ਤਰੀਕੇ ਨਾਲ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਕਿਤੇ ਤਾਂ ਤਸ਼ੱਦਦ ਓਵਰ ਹੁੰਦਾ, ਜਿਹੜੇ ਇਨੋਸੈਂਟਸ ਨੇ
ਦੂਜੇ ਪਾਸੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਨੇ ਪਰ ਪੋਲੀਟੀਕਲ ਉਹਨਾਂ ਦੀ ਕਿਤੇ ਨਾ ਕਿਤੇ ਸੇਇੰਗ ਹੈਗੀ ਹੈ, ਉਹ ਐਸਕॉट ਫ੍ਰੀ ਵੀ ਚਲੇ ਜਾਂਦੇ ਹੈ ਲੰਬੇ ਟਾਈਮ ਤੱਕ। ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਥੇ ਪੁਲਿਸ ਦੇ ਵੀ ਵਿੱਚ ਕੋਈ ਰੱਦੋ ਬਦਲ ਦੀ ਜਾਂ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਇਸ ਦੀ ਜ਼ਰੂਰਤ ਹੈ? ਵੈਸੇ ਪੋਲੀਟੀਕਲ ਜਿਹੜੀ ਹੈਗੀ ਹੈ ਬੈਗੇਜ ਹੈ ਹੀ ਹੈ। ਦੇਖੋ ਮੈਮ, ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਵੀ ਬਿਕੋਜ਼ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਸਾਰੇ ਜਿਹੜੀ ਹਿਊਮਨ ਨੇਚਰ ਹੈ ਸਾਰੇ ਬੰਦੇ ਦੀ ਸੇਮ ਹੁੰਦੀ ਹੈ, ਅਤੇ ਸਾਰੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ ਜਿਹੜੇ ਬੰਦੇ ਨੇ ਕਰਪਟ ਹੁੰਦੇ ਨੇ। ਆਪਣੇ ਬਹੁਤ ਪੰਜਾਬ ਪੁਲਿਸ ਆਫਿਸਰਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਤੇ ਬਹੁਤ ਮਤਲਬ ਜਿਹੜੇ ਹੈਗੇ ਨੇ ਧੁਰੰਧਰ ਜਿਹੜੇ ਆਪਾਂ ਗੱਲ ਕਵਾਂਗੇ ਉਹ ਆਫਿਸਰਸ ਰਹੇ ਨੇ। ਸੋ ਕਦੇ ਵੀ ਆਪਾਂ 1 2 ਜਾਂ 3 ਜਾਂ 4 ਬੰਦੇ ਜਿਹੜੇ ਕਰਕੇ ਆਪਾਂ ਸਾਰੇ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿ ਸਕਦੇ। ਨਹੀਂ, ਪਰ ਉਹਦੇ 'ਚ ਇੱਕ ਗੱਲ ਰਿਫਾਰਮਸ ਦੀ ਗੱਲ ਤਾਂ ਕਦੋਂ ਦੀ ਚੱਲੀ ਆ ਰਹੀ ਹੈ ਨਾ ਜੀ, ਪੁਲਿਸ ਰਿਫਾਰਮਸ ਦੀ। ਉਹ ਮੈਂ ਤੁਹਾਨੂੰ ਦੱਸਦਾ ਨਾ, ਬਿਕੋਜ਼ ਜਿਹੜੀ ਪੁਲਿਸ ਹੈ ਉਹ ਇੰਡੀਪੈਂਡੈਂਟ ਬਾਡੀ ਨਹੀਂ ਹੈਗੀ, ਉਹ ਕਿਧਰੇ ਨਾ ਕਿਧਰੇ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਹੈਗੀ ਹੈ। ਅਤੇ ਅਮਰੀਕਾ ਦੇ ਵਿੱਚ ਅਤੇ ਆਪਣੇ ਇੰਡੀਅਨ ਸਿਸਟਮ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਆਪਣੀ ਜਿਹੜੀ ਜਦੋਂ ਇੱਕ ਸੋਚ ਦਾ ਫਰਕ ਹੈ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਤੁਸੀਂ ਵੀ ਬਾਹਰ ਟਰੈਵਲ ਕੀਤਾ ਹੋਣਾ, ਅਸੀਂ ਵੀ ਬਾਹਰ ਟਰੈਵਲ ਕੀਤਾ। ਜਦੋਂ ਵੀ ਅਸੀਂ ਕਿਧਰੇ ਬਾਹਰ ਜਾਂਦੇ ਹਾਂ, ਬੇਸ਼ੱਕ ਆਪਾਂ ਟੂਰਿਸਟ ਵੀਜ਼ੇ 'ਤੇ ਜਾਂਦੇ ਹਾਂ, ਜਿੱਦਾਂ ਹੀ ਆਪਾਂ ਕਿਸੇ ਦੂਜੇ ਦੇਸ਼ ਦੀ ਕੰਟਰੀ ਦੇ ਵਿੱਚ ਲੈਂਡ ਕਰਦੇ ਹਾਂ, ਅਸੀਂ ਆਟੋਮੈਟਿਕਲੀ ਇਹ ਸੋਚਦੇ ਹਾਂ ਵੀ ਯਾਰ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ, ਠੀਕ ਹੈ ਨਾ, ਵੀ ਅਸੀਂ ਉਸ ਕੰਟਰੀ ਦੇ ਲਾਅ ਨੂੰ ਨਾ ਬ੍ਰੇਕ ਕਰ ਦਈਏ। ਸਾਡੇ ਦਿਮਾਗ ਦੇ ਵਿੱਚ ਇਹ ਗੱਲ ਰਹਿੰਦੀ ਹੈ। ਪਰ ਜਿੱਦਾਂ ਹੀ ਅਸੀਂ 3 ਦਿਨ ਜਾਂ 4 ਦਿਨ ਬਾਅਦ ਜਾਂ ਮਹੀਨੇ ਬਾਅਦ ਜਦੋਂ ਆਪਾਂ ਆਪਣੀ ਕੰਟਰੀ ਦੇ ਵਿੱਚ ਆਉਣਾ, ਅਸੀਂ ਫਰੀਲੀ ਘੁੰਮਦੇ ਵੀ ਹਾਂ ਵੀ ਇਹ ਸਾਡਾ ਹੀ ਘਰ ਹੈ, ਕੋਈ ਦਿੱਕਤ ਨਹੀਂ, ਅਸੀਂ ਲਾਅ ਵੀ ਬ੍ਰੇਕ ਕਰ ਸਕਦੇ ਹਾਂ, ਅਸੀਂ ਦੇਖਣਾ ਅਸੀਂ ਮੈਨੇਜ ਕਰ ਲਾਂਗੇ। ਸੋ ਕਿਧਰੇ ਨਾ ਕਿਧਰੇ ਕਈ ਜਿਹੜੀ ਚੀਜ਼ਾਂ ਨੇ ਉਹ ਇਹ ਦੇਖਦੀਆਂ ਵੀ ਇਹ ਹਿਊਮਨ ਸਾਈਕੋਲੋਜੀ ਦੇ ਉੱਤੇ ਡਿਪੈਂਡ ਕਰਦਾ, ਤੁਹਾਡੇ ਮਾਈਂਡ ਦੇ ਉੱਤੇ ਡਿਪੈਂਡ ਕਰਦਾ ਵੀ ਤੁਸੀਂ ਜਿਹੜਾ ਲਾਅ ਹੈ ਉਹ ਆਪਣੀ ਕੰਟਰੀ ਦਾ ਵੀ ਫੋਲੋ ਕਰੋ ਅਤੇ ਬਾਹਰ ਦੀ ਕੰਟਰੀ ਦਾ। ਜੇ ਅਸੀਂ ਬਾਹਰ ਜਾ ਕੇ ਦੂਜੀ ਕੰਟਰੀ ਦਾ ਲਾਅ ਫੋਲੋ ਕਰ ਸਕਦੇ ਹਾਂ ਅਤੇ ਅਸੀਂ ਆਪਣੀ ਕੰਟਰੀ ਦਾ ਕਿਉਂ ਨਹੀਂ ਕਰ ਸਕਦੇ? ਸੈਕੰਡਲੀ ਗੱਲ, ਇਹੀ ਬੰਦੇ ਆਪਾਂ ਸੇਮ ਬੰਦੇ ਜਾ ਕੇ ਉੱਥੇ ਬੰਦੇ ਦੀ ਜਿਹੜੀ ਨੇਚਰ ਹੈਗੀ ਆ, ਬੰਦੇ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਬੰਦੇ ਦੀ ਵੈਲਿਊ ਜਿਹੜੀ ਹੈਗੀ ਆ, ਈਵਨ ਤੱਕ ਕਿ ਜਾਨਵਰਾਂ ਤੱਕ ਦੀ ਜਾਨ ਦੀ ਵੀ ਵੈਲਿਊ ਦੇ ਆਪਾਂ ਉਹਦੇ 'ਚ ਕਦਰ ਕਰਦੇ ਹਾਂ। ਉਹਨਾਂ ਨੂੰ ਕਿੱਦਾਂ ਕਰਨਾ, ਕਿੱਦਾਂ ਨਹੀਂ ਕਰਨਾ, ਬੱਚੇ ਨੂੰ ਕਿਸੇ ਨੂੰ ਮਾਰਨਾ ਨਹੀਂ ਹੈ। ਫੋਰਨ ਦੇ ਵਿੱਚ ਦੇਖੋਗੇ ਤੁਸੀਂ ਵੀ ਕੋਈ ਆਪਣੇ ਬੱਚੇ ਨੂੰ ਮਾਰਦਾ ਨਹੀਂ ਹੈ, ਜਾਂ ਦੇਖਦਾ ਤਾਂ ਨੇਬਰ ਨਾਲ ਦੇ ਜਿਹੜਾ ਹੈਗਾ ਕਾਲ ਕਰ ਦਿੰਦਾ ਪੁਲਿਸ ਨੂੰ। ਆਪਾਂ ਮਾਈਂਡ ਨਹੀਂ ਕਰਦੇ ਬਿਕੋਜ਼ ਉਹ ਕਹਿੰਦੇ ਨਹੀਂ ਉੱਥੇ ਤਾਂ ਲਾਅ ਹੈ। ਬੇਸ਼ੱਕ ਤੁਸੀਂ ਨੇਬਰ, ਹੁਣ ਤੁਹਾਡਾ ਨੇਬਰ ਕੋਈ ਕੰਪਲੇਂਟ ਕਰਦੇ ਵੀ ਬੱਚੇ ਨੂੰ ਮਾਰਿਆ, ਲਾਅ ਇੱਥੇ ਵੀ ਹੈਗਾ। ਜੇ ਪੇਰੈਂਟਸ ਬੱਚੇ ਨੂੰ ਮਾਰਦੇ ਨੇ, ਲਾਅ ਇੱਥੇ ਵੀ ਹੈਗਾ, ਉਹਨਾਂ ਦੇ ਅਗੇਂਸਟ ਵੀ ਕਾਰਵਾਈ ਹੁੰਦੀ ਹੈ ਜੇ ਕੋਈ ਕੰਪਲੇਂਟ। ਬਟ ਨਾ ਤਾਂ ਇੱਥੇ ਪੁਲਿਸ, ਨਾ ਤਾਂ ਇੱਥੇ ਜਿਹੜੇ ਨੇਬਰਸ ਨੇ ਆਪਣੇ ਉਹ ਇੰਨੇ ਜਾਗਰੂਕ ਨੇ ਵੀ ਅਸੀਂ ਕੰਪਲੇਂਟ ਕਰ ਦਈਏ ਕੁਛ ਹੋਰ। ਉਹ ਕਹਿੰਦੇ ਨੇ ਠੀਕ ਹੈ ਜੀ ਕੋਈ ਗੱਲ ਨਹੀਂ, ਉਹ ਆਪਣੇ ਦਾ ਘਰ ਦਾ ਮਾਮਲਾ, ਜੇ ਕੋਈ ਕਰ ਵੀ ਦਿੰਦਾ ਤਾਂ ਉਹਨਾਂ ਦੀ ਦੁਸ਼ਮਣੀ ਪੈ ਜਾਂਦੀ ਆ, ਠੀਕ ਹੈ ਨਾ। ਪਰ ਬਾਹਰ ਇੱਦਾਂ ਦਾ ਸਿਸਟਮ ਨਹੀਂ ਹੈ। ਆਪਾਂ ਕਿਧਰੇ ਨਾ ਕਿਧਰੇ ਬਾਹਰ ਦਾ ਜਿਹੜਾ ਕਲਚਰ ਹੈ ਆਪਾਂ ਅਪਣਾ ਜ਼ਰੂਰ ਲੈਂਦੇ ਹਾਂ, ਜਿਹੜਾ ਕਿ ਸਾਡੇ ਵਾਸਤੇ ਬੈਨੀਫਿਟ ਹੈ। ਜਾਣਾ ਸਾਰਾ ਪਸੰਦ ਕਰਦੇ, ਲੇਕਿਨ ਜਿਹੜਾ ਉਹਨੂੰ ਮੇਨਟੇਨ ਕਰਨਾ ਉਹ ਇੱਥੇ ਨਹੀਂ ਮੇਨਟੇਨ ਕਰਨਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਜਿੱਥੇ ਤੁਸੀਂ ਕਿਹਾ ਵੀ ਪੁਲਿਸ ਆਫੀਸ਼ੀਅਲਸ ਦਾ, ਜਿੱਥੇ ਕਿਉਂਕਿ ਐਕਚੁਅਲੀ ਜਿਹੜੇ ਯੰਗਸਟਰਸ ਜਿਹੜੇ ਆ ਰਹੇ ਨੇ ਪੰਜਾਬ ਪੁਲਿਸ ਦੇ ਵਿੱਚ ਆ ਰਹੇ ਨੇ, ਜਾਂ ਕਿਧਰੇ ਚੰਡੀਗੜ੍ਹ ਪੁਲਿਸ ਦੇ ਵਿੱਚ ਆ ਰਹੇ ਨੇ, ਜਾਂ ਆਲ ਓਵਰ ਆਪਾਂ ਇੰਡੀਆ ਦੀ ਗੱਲ ਕਰ ਲਈਏ, ਸੋ ਕਿਧਰੇ ਨਾ ਕਿਧਰੇ ਮੈਂ ਇਹ ਗੱਲ ਕਹੂੰਗਾ 25 ਤੋਂ ਲੈ ਕੇ 30% ਜਿਹੜੀ ਹੈ ਉਹ ਕਿਧਰੇ ਨਾ ਕਿਧਰੇ ਜਿਹੜਾ ਇਹ ਰਿਫਾਰਮ ਆਇਆ ਵੀ ਆ। ਬਾਕੀ ਜਿਹੜੇ ਪੁਰਾਣੇ ਜਿਹੜੇ ਧੁਰੰਧਰ ਬੈਠੇ ਨੇ, ਜੇ ਕਹਿੰਦੇ ਇੱਲਾਂ ਨੇ ਉਹਨਾਂ ਨੇ ਤਾਂ ਫੰਗ ਫੈਲਾਏ ਹੋਏ, ਅਤੇ ਸਾਡੇ ਵਰਗੇ ਤਾਂ ਥੱਲੇ ਚਿੜੀਆਂ ਅਤੇ ਕਬੂਤਰਾਂ ਵਾਂਗ ਫਿਰ ਰਹੇ ਨੇ। ਇੱਕ ਸਵਾਲ ਮੇਰੇ ਹੋਰ ਦਿਮਾਗ ਵਿੱਚ ਆ ਰਿਹਾ ਕਿ ਤੁਸੀਂ ਵੀ ਪੜ੍ਹਿਆ ਦੇਖਿਆ ਸੁਣਿਆ ਹੋਣਾ ਕਿ ਪਿੱਛੇ ਪੁਲਿਸ ਦੇ ਜਿਹੜੇ ਆਫਿਸਰਸ ਸੀਗੇ ਜਾਂ ਪੁਲਿਸ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਇਸ ਟਾਈਮ DGP ਨੇ ਦਿਨਕਰ ਗੁਪਤਾ, ਉਹਨਾਂ ਨੇ ਇੱਕ ਬਹੁਤ ਅੱਛਾ ਇੱਕ ਤਰੀਕੇ ਦਾ ਇੱਕ ਟੈਕਨੀਕ ਜਿਹੜੀ ਹੈ ਉਹ ਫਲੋਟ ਕੀਤੀ ਹੈ, ਜਿਹਦੇ ਵਿੱਚ ਕਿ ਮੋਬਾਈਲ ਦੇ ਵਿੱਚ ਇੱਕ ਐਸੀ ਐਪ ਹੈਗੀ ਹੈ ਜਿਹਦੇ 'ਚ ਜਿਹੜੇ ਵੀ ਕੇਸ ਰਜਿਸਟਰਡ ਹੁੰਦੇ ਹੈ ਔਰ ਉਹਦੇ ਵਿੱਚ ਵਾਂਟਡ ਲੋਕ ਹੁੰਦੇ ਹੈ, ਅਤੇ ਉਹ ਜਿਵੇਂ ਕਿਤੇ ਆਮ ਤੌਰ 'ਤੇ ਵੀ ਕੋਈ ਲੰਘ ਰਿਹਾ ਜਾਂ ਕੁਝ ਕਰ ਰਿਹਾ, ਜੇ ਉਹ ਫੋਟੋ ਕਿਸੇ ਆਫਿਸਰ ਨੂੰ ਸਪੈਸ਼ਲ ਸ਼ਾਇਦ SHO ਜਾਂ ਕਿਸੇ ਲੈਵਲ ਦੇ ਆਫਿਸਰਸ ਨੂੰ, ਜਾਂ ਜਿਹੜੇ ਈਵਨ ਗਸ਼ਤ 'ਤੇ ਹੁੰਦੇ ਆ, ਪੈਟਰੋਲਿੰਗ 'ਤੇ ਹੁੰਦੇ ਆ, ਉਹਨਾਂ ਦੇ ਹੱਥਾਂ ਦੇ ਵਿੱਚ ਉਹ ਐਪਸ ਹੈਗੀਆਂ ਨੇ। ਅਤੇ ਜੇ ਉਹ ਕਿਸੇ ਤਰੀਕੇ ਦੇ ਨਾਲ ਉਹ ਮਤਲਬ ਕਿ ਕੋਈ ਫੜਿਆ ਜਾਵੇ ਜਾਂ ਕੁਝ, ਕਿ ਪਿੱਛੇ ਇੱਕ ਹਾਦਸਾ ਐਵੇਂ ਦਾ ਹੋਇਆ ਸੀ ਕਿ ਇੱਕ ਬੰਦਾ ਸੀ ਐਵੇਂ ਮਾਸਕ ਤੋਂ ਬਿਨਾਂ ਉਹਨੂੰ ਪੁੱਛਿਆ ਗਿਆ, ਫੜਨ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੇ, ਅਤੇ ਨਾਲ ਦੀ ਨਾਲ ਹੋਇਆ ਕਿ ਉਹਨਾਂ ਨੇ ਜਦੋਂ ਐਪ ਦੇ ਵਿੱਚ ਉਹਦਾ ਚਿਹਰਾ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤਾ ਤਾਂ ਪਤਾ ਲੱਗਿਆ ਕਿ ਉਹ ਤਾਂ ਵਾਂਟਡ ਹੈ ਕਿਸੇ ਕੇਸ ਦੇ ਵਿੱਚ। ਅਤੇ ਇਸ ਜੇ ਟੈਕਨੀਕ ਨੂੰ ਲੈ ਕੇ ਜੇ ਇੰਨੀ ਵਰਤੋਂ ਇੰਨੀ ਖੂਬਸੂਰਤੀ ਦੇ ਨਾਲ ਜਾਂ ਇਸ ਤਰੀਕੇ ਦੇ ਨਾਲ ਹੋ ਰਹੀ ਹੈ ਇੰਨੀ ਇਫੈਕਟਿਵਲੀ, ਤਾਂ ਫਿਰ ਇਸ ਪਰਟੀਕੂਲਰ ਕੇਸ ਦੇ ਵਿੱਚ ਕਿਵੇਂ ਐ ਹੋ ਗਿਆ ਵੀ ਪਤਾ ਹੀ ਨਹੀਂ ਲੱਗਿਆ ਜੀ ਸਾਨੂੰ? ਦੇਖੋ ਜੀ, ਪਹਿਲੀ ਗੱਲ ਤਾਂ ਇਸ ਕੇਸ ਦੇ ਵਿੱਚ ਤਾਂ ਐਪ ਦੀ ਲੋੜ ਹੀ ਨਹੀਂ। ਬਾਕੀ ਜਿਹੜੀ ਤੁਸੀਂ ਐਪ ਦੀ ਗੱਲ ਕਰ ਰਹੇ ਹੋ, ਮੈਂ ਉਹਦੇ 'ਚ ਜ਼ਿਆਦਾ ਜਾਣੂ ਨਹੀਂ ਹੈਗਾ ਵੀ ਇੱਦਾਂ ਦੀ ਇਹ ਕੋਈ ਐਪ ਹੈਗੀ ਹੈ। ਇੱਦਾਂ ਹੋ ਵੀ ਸਕਦੀ ਆ, ਪਰ ਮੇਰੀ ਨੌਲੇਜ ਦੇ ਵਿੱਚ ਹਲੇ ਹੈ ਨਹੀਂ ਇਹ ਪੰਜਾਬ ਪੁਲਿਸ ਵਾਲੇ। ਲੇਕਿਨ ਜਿਹੜੀ ਪੰਜਾਬ ਪੁਲਿਸ ਜਿਹੜੀ ਆ, ਉਹਨਾਂ ਦੇ ਨਾਂ 'ਤੇ ਫਿਲਮਾਂ ਤੱਕ ਬਣ ਗਈਆਂ, ਅਤੇ ਬਾਹਰ ਤੱਕ ਵੀ ਜਾ ਕੇ ਜਿਹੜੀ ਹੈ ਸਨੀ ਦਿਓਲ ਵਗੈਰਾ ਨੇ ਉੱਥੇ ਪੰਜਾਬ ਪੁਲਿਸ ਜਿਹੜੀ ਹੈਗੀ ਆਲ ਅਮਰੀਕਾ ਵਾਲੇ ਲੋਕਾਂ ਨੂੰ ਵੀ ਪਤਾ ਲੱਗਿਆ ਵੀ ਪੰਜਾਬ ਪੁਲਿਸ ਕੀ ਚੀਜ਼ ਆ। ਸੋ ਇਹ ਨਹੀਂ ਗੱਲ ਕਹਿ ਸਕਦੀ ਵੀ ਪੰਜਾਬ ਪੁਲਿਸ ਕੋਈ ਮਾੜੀ ਆ। ਪੰਜਾਬ ਪੁਲਿਸ ਦਾ ਜਿਹੜਾ ਸਿਸਟਮ ਹੈ ਉਹ ਜੇ ਸਿਸਟਮ
ਮਤਲਬ ਆਪਣੇ ਰੂਮ ਦੇ ਵਿੱਚ ਬੈਠੇ ਉਹਨਾਂ ਨੂੰ ਇਨਫੋਰਮੇਸ਼ਨ ਦੇਖੋ ਜੀ ਸਾਰੀ ਹੁੰਦੀ ਹੈ ਵੀ ਕਿਹੜਾ ਬੰਦਾ ਕੀ ਕਰ ਰਿਹਾ ਕੀ ਉਹਦੀ ਐਕਟੀਵਿਟੀਜ਼ ਨੇ। ਸੋ ਕਈ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਪੁਲਿਸ ਦੀ ਸਿਫਤ ਵੀ ਕਰ ਸਕਦੇ ਆਪਾਂ, ਬਟ ਲੇਕਿਨ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਐਪ ਦੀ ਤਾਂ ਲੋੜ ਹੀ ਨਹੀਂ ਸੀਗੀ। ਦੂਜੀ ਗੱਲ ਇਹ ਹੈ, ਜਦੋਂ ਉਹਦੀ ਗੱਡੀ ਦੇ ਵਿੱਚ ਬਲੈਕ ਫਿਲਮਿੰਗ ਸੀਗੀ ਤਾਂ ਉਹਦਾ ਚਲਾਨ ਕੱਟਿਆ ਗਿਆ। ਚਲਾਨ ਕੱਟਣ ਤੋਂ ਬਾਅਦ ਮੈਂ ਇਹ ਗੱਲ ਕਹੂੰਗਾ ਵੀ ਤੁਹਾਡੇ ਵੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਕੋਈ ਚਲਾਨ ਕੱਟਿਆ ਗਿਆ ਹੋਣਾ। ਹਰ ਇੱਕ ਬੰਦੇ ਦਾ ਚਲਾਨ ਕੱਟਿਆ ਜਾਂਦਾ, ਚਾਹੇ ਸਕੂਟਰ ਦਾ ਹੋਵੇ, ਮੋਟਰਸਾਈਕਲ ਦਾ ਹੋਵੇ ਜਾਂ ਕਾਰ ਦਾ ਹੋਵੇ, ਕਿਉਂਕਿ ਦੇਖੋ ਆਪਾਂ ਇਨਸਾਨ ਗਲਤੀਆਂ ਦਾ ਪੁਤਲਾ, ਕਿਤੇ ਨਾ ਕਿਤੇ ਗਲਤੀ ਹੁੰਦੀ ਹੀ ਆ। ਸੋ ਆਪਾਂ ਉਹਦਾ ਫਾਈਨ ਵੀ ਕਰਦੇ ਹਾਂ ਨਾ, ਫਾਈਨ ਵੀ ਪੇ ਕਰਦੇ ਹਾਂ। ਜੇ ਉਹਦਾ ਚਲਾਨ ਕੱਟਿਆ ਵੀ ਗਿਆ, ਜੇ ਉਹਨੇ ਸਿੰਪਲ ਚਲਾਨ ਕੱਟਣਾ ਹੁੰਦਾ ਤਾਂ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਨੇ ਕਿਉਂ ਲਿਆ? ਪਹਿਲੀ ਗੱਲ ਇਹ। ਉਹ ਸੋਸ਼ਲ ਮੀਡੀਆ ਦੇ ਵਿੱਚ ਵੀ ਦੇਖਿਆ, ਵੀਡੀਓਜ਼ ਵੀ ਆਈਆਂ। ਉਹਨੂੰ ਜੇ ਚਲਾਨ ਹੀ ਕੱਟਣਾ ਸੀਗਾ ਉਹਦਾ, ਜੇ ਉੱਥੇ ਛੱਡਣਾ ਹੀ ਸੀਗਾ, ਅਤੇ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਦੂਜੀ ਗੱਡੀ ਦੇ ਵਿੱਚ 5 ਪੁਲਿਸ ਵਾਲਿਆਂ ਦੇ ਨਾਲ ਮਹਿੰਦਰਾ ਕੈਂਪਰ ਦੇ ਵਿੱਚੋਂ ਪੰਜਾਬ ਪੁਲਿਸ PCR ਕੰਟਰੋਲ ਰੂਮ ਦੀ ਜਿਹੜੀ ਜਿਪਸੀ ਆ ਉਹਦੇ 'ਚ ਬਿਠਾ ਕੇ ਲੈ ਕੇ ਗਏ ਅਤੇ DSP ਦੇ ਅੱਗੇ ਪੇਸ਼ ਕੀਤਾ। DSP ਛਿੱਬੜ ਜਿਹੜਾ ਕਿ ਕਹਿੰਦਾ ਵੀ ਮੈਨੂੰ ਪਤਾ ਹੀ ਨਹੀਂ ਹੈਗਾ ਵੀ ਉਹਦੇ ਅਗੇਂਸਟ ਕੇਸ ਦਰਜ ਹੋਇਆ। ਉਹ ਜਿਸ ਟਾਈਮ ਕੇਸ ਦਰਜ ਹੋਇਆ ਬਰਨਾਲੇ, ਐਟ ਦੈਟ ਟਾਈਮ ਹੀ ਵਾਜ਼ ਪੋਸਟਿੰਗ ਓਵਰ ਦੇਅਰ। ਸੋ ਇਹ ਵੀ ਜਿਹੜਾ ਇੱਕ ਉਹਨੇ ਵੱਡੀ ਸਟੇਟਮੈਂਟ ਦਿੱਤੀ ਹੈ ਵੀ ਮੇਰੀ ਨੌਲੇਜ 'ਚ ਨਹੀਂ ਸੀਗਾ। ਬਾਅਦ 'ਚ ਲੇਟਰ ਉਹਨਾਂ ਨੂੰ ਸ਼ਾਇਦ ਦਿਮਾਗ ਦੇ ਵਿੱਚ ਆਇਆ ਹੋਣਾ ਵੀ ਹਾਂ ਵੀ ਮੈਂ ਤਾਂ ਉਸ ਟਾਈਮ ਤਾਂ ਮੈਂ ਉੱਥੇ ਹੀ ਪੋਸਟਿੰਗ ਸੀਗਾ, ਬਿਕੋਜ਼ ਡਿਊਟੀ ਤਾਂ ਉਹਨਾਂ ਨੇ ਕਰਨੀ ਨਹੀਂ। ਉਹਨਾਂ ਨੇ ਤਾਂ ਹੁਣ ਜਿਹੜਾ ਕਰੋਨਾ ਦਾ ਠੀਕ ਹੈ ਵੀ ਜਿਹੜੇ ਥੱਲੇ ਵਾਲੇ ਮੁਲਾਜ਼ਮ ਨੇ ਉਹ ਡਿਊਟੀ ਕਰ ਰਹੇ, ਉਹ ਤਾਂ ਆਰਾਮ ਨਾਲ AC 'ਚ ਬੈਠੇ ਤੇ ਉਹਨਾਂ ਨੇ ਤਾਂ ਹੁਕਮ ਦੇਣਾ, ਬਾਕੀ ਥੱਲੇ ਵਾਲੇ ਬੰਦਿਆਂ ਨੇ ਤਾਂ ਹੁਕਮ ਦੀ ਤਾਮੀਲ ਕਰਨੀ ਆ। ਸੋ ਉਹਨੂੰ DSP ਆਫਿਸ ਦੇ ਵਿੱਚ ਲੈ ਕੇ ਜਾਇਆ ਗਿਆ। ਉਸ ਤੋਂ ਬਾਅਦ ਉੱਥੇ ਸੁਣਨ ਦੇ ਵਿੱਚ ਆਇਆ ਵੀ ਹਾਂ ਵੀ ਇਹ ਕੋਈ ਆਪਾਂ ਪ੍ਰੂਫ ਨਹੀਂ ਕਰ ਸਕਦੇ, ਲੇਕਿਨ ਜਿਹੜੇ ਉੱਥੇ ਦੇ ਲੋਕਲ ਲਾਈਟ ਸੀਗੇ ਕਿ ਬੰਦੇ ਵੀ ਕਹਿੰਦੇ ਵੀ ਉਹਦੇ ਨਾਲ ਪਿਕਚਰ ਆਪਣੇ ਫੋਟੋਸ਼ੂਟ ਵਗੈਰਾ ਕੀਤਾ। ਪੰਜਾਬ ਪੁਲਿਸ ਦੇ ਆਫੀਸ਼ੀਅਲਸ ਨੇ ਫੋਟੋ ਵਗੈਰਾ ਖਿਚਾਈਆਂ ਅਤੇ ਇੱਕ ਮੇਰੇ ਖਿਆਲ 'ਚ ਗਾਣਾ ਵੀ ਸੁਣਿਆ ਉਹਦੇ ਕੋਲੋਂ। ਚਲੋ ਕੋਈ ਗੱਲ ਨਹੀਂ, ਹਰ ਇੱਕ ਬੰਦੇ ਨੂੰ ਹੁੰਦਾ, ਬਿਕੋਜ਼ ਥੱਲੇ ਵਾਲੇ ਕੀ ਕਰਨਗੇ ਜਦੋਂ ਅਫਸਰ ਹੀ ਉਹਨੂੰ ਬਿਠਾ ਕੇ ਅਤੇ ਚਾਹ ਪਾਣੀ ਪਿਲਾ ਕੇ। ਆਮ ਬੰਦੇ ਤੁਹਾਨੂੰ ਕਦੇ ਚਲਾਨ ਕੱਟਿਆ, ਤੁਹਾਨੂੰ ਕਦੇ ਕੁਰਸੀ 'ਤੇ ਬਿਠਾ ਕੇ ਅਤੇ ਤੁਹਾਡੇ ਸਾਈਨ ਕਰਾਏ ਨੇ ਕਦੇ? ਤੁਹਾਨੂੰ ਕਹਿੰਦੇ ਸਾਈਡ 'ਤੇ ਜਾ ਕੇ ਖੜੋ, ਠੀਕ ਹੈ ਨਾ। ਸੋ ਉਹਨੂੰ ਇੱਕ ਸੜਕ 'ਤੇ ਵੀ ਸਪੈਸ਼ਲ ਟਰੀਟਮੈਂਟ ਦਿੱਤਾ ਗਿਆ, ਬਕਾਇਦਾ ਕੁਰਸੀ ਦੇ ਵਿੱਚ ਸਾਹਮਣੇ ਬਿਠਾਇਆ ਗਿਆ ਜਿਵੇਂ ਕਿ ਉਹ ਰਿਪਰੈਜ਼ੈਂਟੇਸ਼ਨ ਦੇਣ ਆਇਆ ਹੁੰਦਾ ਕੋਈ। ਸੋ ਕਿਧਰੇ ਨਾ ਕਿਧਰੇ ਜਿਹੜਾ ਹੈਗਾ ਉਹਨੂੰ ਸਪੈਸ਼ਲ ਟਰੀਟਮੈਂਟ। ਕਿਹਦਾ ਫੋਨ ਆਇਆ ਉਹ ਤਾਂ ਪਰਮਾਤਮਾ ਹੈ, ਵਾਹਿਗੁਰੂ ਜਾਣਦਾ ਵੀ ਕਿਹੜੇ ਅਫਸਰ ਦਾ ਫੋਨ ਆਇਆ, ਕਿੱਡੇ ਵੱਡੇ ਲੈਵਲ ਤੱਕ ਦਾ ਮੈਸੇਜ ਹੈ, ਕਿਸੇ ਮਿਨਿਸਟਰ ਦਾ ਆਇਆ। ਆਪਾਂ ਕੈਪਟਨ ਸਾਹਿਬ ਨੂੰ ਵੀ ਨਹੀਂ ਕਹਿ ਸਕਦੇ, ਕਿਉਂਕਿ ਕੈਪਟਨ ਸਾਹਿਬ ਦੀ ਤਾਂ ਹੋ ਸਕਦਾ ਵੀ ਹਾਂ ਵੀ ਉਹਨਾਂ ਨੂੰ ਹੋਰ ਵੀ ਬਥੇਰੇ ਮੁੱਦੇ ਨੇ। ਜਿਹੜੀ ਪੋਲੀਟੀਕਲ, ਮੈਂ ਤੁਹਾਨੂੰ ਇਹਦੇ 'ਚ ਗੱਲ ਕਲੀਅਰ ਕਰਦਾ ਵੀ ਇਹਦੇ 'ਚ ਕਿਸੇ ਮਿਨਿਸਟਰ ਵਗੈਰਾ ਦਾ ਜਾਂ ਜਿਹੜਾ ਲੋਕਲ ਉੱਥੇ ਜਿਹੜੇ MP ਜਾਂ ਲੋਕਲ MLA ਨੇ ਉਹਨਾਂ ਦਾ ਇੰਟਰਸਟ ਹੋ ਸਕਦਾ। ਆਪਾਂ ਸਾਰੀ ਪੋਲੀਟੀਕਲ ਸਿਸਟਮ ਨੂੰ ਵੀ ਨਹੀਂ ਆਪਾਂ ਕਹਿ ਸਕਦੇ ਵੀ ਇਹਦੇ ਪਿੱਛੇ ਹੋ ਸਕਦਾ। ਇੱਕ ਜਿਹੜਾ ਉੱਥੋਂ ਦੇ ਜਿਹੜੇ ਲੋਕੀ ਇਲੈਕਸ਼ਨ ਲੜਦੇ ਨੇ, ਇਹ ਤਾਂ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਣਾ ਵੀ DSP ਨੂੰ ਕਿਹਦਾ ਫੋਨ ਆਇਆ ਸੀਗਾ, ਪਲੱਸ DSP ਨੇ ਜੇ ਕੀਤਾ ਤਾਂ ਕਿਹਨੂੰ ਫੋਨ ਕੀਤਾ। ਤੁਸੀਂ ਗੱਲ ਕੀਤੀ ਇਨਵੈਸਟੀਗੇਸ਼ਨ 'ਚ ਪਤਾ ਲੱਗਣਾ। ਕਦੀ ਇੱਦਾਂ ਹੁੰਦਾ ਕਿ ਤੁਹਾਡੇ 'ਤੇ ਇੰਨੇ ਸੰਗੀਨ ਜਿਹੜੇ ਹੈ ਉਹ ਮਤਲਬ ਕਿ ਆਰਟੀਕਲਸ ਲੱਗੇ ਹੋਣ ਜਾਂ ਤੇ ਇੱਦੀਆਂ ਧਾਰਾਵਾਂ ਲੱਗੀਆਂ ਹੋਣ ਅਤੇ ਬਾਵਜੂਦ ਉਸ ਦੇ ਤੁਸੀਂ ਅਰੈਸਟ ਨਹੀਂ ਆਮ ਬੰਦੇ ਨੂੰ ਕਰਦੇ ਅਤੇ ਉਹਨੂੰ ਕਹਿੰਦੇ ਕਿ ਇਨਵੈਸਟੀਗੇਸ਼ਨ ਜੁਆਇਨ ਕੀਤੀ ਜਾਏਗੀ ਜਾਂ ਕਰਨਗੇ? ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਇਹਦੇ ਵਿੱਚ ਹੁਣ ਅੱਗੇ ਜਿਹੜਾ ਹੈਗਾ ਤੁਹਾਨੂੰ ਕੀ ਦਿਖਦਾ ਵੀ ਅੱਗੇ ਹੋਏਗਾ ਕੀ? ਇਹਦਾ ਤੁਸੀਂ ਕਿਸ ਤਰ੍ਹਾਂ ਦੀ ਉਹ ਲਓਗੇ ਜਾਂ ਸਿਸਟਮ ਦਾ ਕੀ ਰੁਝਾਨ ਹੋਏਗਾ? ਕਿਉਂਕਿ VIP ਤਰੀਕੇ ਦੇ ਨਾਲ ਟਰੀਟਮੈਂਟ ਹੋ ਰਿਹਾ ਪੂਰੀ ਤਰੀਕੇ ਨਾਲ, ਕੋਈ ਦੋ ਰਾਏ ਨਹੀਂ ਹੈ। ਦੂਸਰੀ ਗੱਲ ਹੈ ਕਿ ਉਹ ਸਿੰਗਰ ਹੈਗਾ ਅਤੇ ਸਭ ਦੇ ਮਨ ਨੂੰ ਭਾਉਂਦਾ ਵੀ ਹੈ ਕਿਤੇ ਨਾ ਕਿਤੇ। ਕੋਈ ਉਹਦੇ ਫੋਲੋਅਰਸ ਨੇ ਜਾਂ ਜਿੱਦਾਂ ਵੀ ਨੇ, ਉਹ ਇੱਕ ਅਲੱਗ ਚੀਜ਼ ਹੋ ਸਕਦੀ ਹੈ। ਪਰ ਚਾਹੇ VIP ਹੈ, ਚਾਹੇ ਉਹ ਸਿੰਗਰ ਹੈ, ਪਰ ਜਦੋਂ ਇੱਕ ਪਰਟੀਕੁਲਰ ਕਾਨੂੰਨ ਦੇ ਨੀਚੇ ਬੰਦਾ ਆ ਜਾਂਦਾ ਤਾਂ ਉਸ ਟਾਈਮ ਤਾਂ ਉਹਦੀ ਜਿਹੜੀ ਹੈਗੀ ਆ ਉਸੇ ਤਰੀਕੇ ਨਾਲ ਟਰੀਟਮੈਂਟ ਹੋਣੀ ਚਾਹੀਦੀ ਹੈ ਜਿਹੜੀ ਲਾਈਨ ਆਫ ਟਰੀਟਮੈਂਟ ਦੂਜੇ ਕਿਸੇ ਨਾਲ ਵੀ ਹੁੰਦੀ ਹੈ। ਦੇਖੋ ਜੀ, ਇਹ ਤਾਂ ਸਾਰਾ ਜਗ ਜ਼ਾਹਿਰ ਹੋ ਗਿਆ, ਆਲ ਓਵਰ ਵਰਲਡ ਦੇ ਵਿੱਚ ਪਤਾ ਲੱਗ ਗਿਆ ਜਿੱਥੇ ਪੰਜਾਬੀ ਬੈਠੇ ਨੇ ਜਾਂ ਜਿੱਥੇ ਲੋਕੀ ਇੰਡੀਅਨ ਜਿਹੜੇ ਬੰਦੇ ਨੇ ਉਹ ਦੇਖ ਰਹੇ ਨੇ। ਬਿਕੋਜ਼ ਮੋਸਟਲੀ ਪੰਜਾਬ ਅਤੇ ਹਰਿਆਣਾ ਆਪਾਂ ਗੱਲ ਕਹਿ ਦਈਏ ਨੇੜੇ ਤੇੜੇ ਦੀ ਸਟੇਟਸ 'ਤੇ ਜਿਹੜੇ ਨੇ ਮੋਸਟਲੀ ਉਹੀ ਇਹਨੂੰ ਸੁਣਦੇ ਨੇ, ਅਤੇ ਕੈਨੇਡਾ ਅਮਰੀਕਾ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਜਿਹੜੇ ਪੰਜਾਬੀਜ਼ ਹੈਗੇ ਨੇ। ਅਤੇ ਕਈਆਂ ਦੇ ਸਾਨੂੰ ਫੇਸਬੁੱਕ 'ਤੇ ਵੀ ਮੈਸੇਜ ਆਇਆ, ਮੈਸੇਂਜਰ 'ਤੇ ਵੀ ਆਇਆ, WhatsApp 'ਤੇ ਵੀ ਆਇਆ, ਬਿਕੋਜ਼ ਨੰਬਰ ਸਾਰਿਆਂ ਕੋਲ ਹੁਣ ਵੈਸੇ ਵੀ ਸਾਡੀ ਆਪਣੇ ਫੇਸਬੁੱਕ ID ਦੇ ਉੱਤੇ ਨੰਬਰ ਡਿਸਪਲੇ ਹੈ। ਸੋ ਅੱਜ ਕੱਲ੍ਹ WhatsApp 'ਤੇ ਕਾਲਿੰਗ ਫਰੀ ਹੈ, ਪਰ ਉਹ ਕਹਿੰਦੇ ਵੀ ਭਾਜੀ ਕਿਉਂ ਨਹੀਂ ਹੋ ਰਿਹਾ? ਇਹੀ ਸਵਾਲ ਇਕੱਲਾ ਤੁਹਾਡਾ ਨਹੀਂ ਹੈ ਪ੍ਰੈਸ ਰਿਪੋਰਟਰਸ ਦਾ, ਇੱਕ ਆਮ ਬੰਦੇ ਦਾ। ਬਿਕੋਜ਼ ਕਿਧਰੇ ਨਾ ਕਿਧਰੇ ਕਈਆਂ ਦੇ ਫੋਨ ਇੱਦਾਂ ਦੇ ਵੀ ਆਏ WhatsApp 'ਤੇ ਵੀ ਭਾਜੀ ਸਾਡੇ ਪਰਿਵਾਰ ਦੇ ਵਿੱਚ ਮੇਰੇ ਕਜ਼ਨ ਦੇ ਨਾਲ ਹੋਇਆ ਸੀ ਜਾਂ ਕੁਛ ਹੋਰ ਹੋਇਆ ਸੀਗਾ, ਉਹਦੇ ਤੱਕ ਲਾਇਸੈਂਸੀ ਵੈਪਨ ਸੀਗਾ ਤਾਂ ਵੀ ਉਹਨੂੰ ਅਰੈਸਟ ਕਰ ਲਿਆ ਗਿਆ ਸੀਗਾ। ਸੋ ਕਈ ਚੀਜ਼ਾਂ ਨੇ। ਸਾਡਾ ਫਿਰ ਇੱਕੋ ਹੀ ਜਵਾਬ ਹੈ ਵੀ ਹਾਂ ਵੀ ਅਸੀਂ ਇਸੇ ਚੀਜ਼ ਵਾਸਤੇ ਲੜ ਰਹੇ ਹਾਂ ਵੀ ਜਿਹੜਾ ਕਾਮਨ ਮੈਨ ਤੇ ਇੱਕ VIP ਜਿਹੜਾ ਕਲਚਰ ਹੈਗਾ ਜਾਂ ਇੱਕ ਸੈਲੀਬ੍ਰਿਟੀ ਨੂੰ ਜਿਹੜਾ ਟਰੀਟਮੈਂਟ ਦੇ ਰਹੇ ਨੇ, ਉਹਦੀ ਸਾਡੇ ਨਾਲ ਲੜਾਈ ਹੈ। ਸਾਡੀ ਸਿੱਧੂ ਮੂਸੇਵਾਲੇ ਨਾਲ ਕੋਈ ਲੜਾਈ ਨਹੀਂ ਹੈ। ਅਤੇ ਜਿੱਥੋਂ ਤੱਕ ਗੱਲ ਆ ਗਈ ਵੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਹਾਂ ਵੀ ਆਮ ਬੰਦੇ ਦੇ, ਅਤੇ ਆਮ ਬੰਦੇ ਨੂੰ ਤਾਂ ਅਰੈਸਟ ਕਰਨਾ ਸੀ ਉਹਨਾਂ ਨੇ ਜ਼ਰੂਰੀ। ਸੋ ਇਹ ਗੱਲ ਨਹੀਂ ਹੈਗੀ ਵੀ ਕਿਤੇ ਨਾ ਕਿਤੇ ਇਹ ਟਰੀਟਮੈਂਟ ਸਪੈਸ਼ਲ ਟਰੀਟਮੈਂਟ ਨਹੀਂ ਦੇ ਰਹੇ ਨੇ ਉਹ।
ਸਰੇਆਮ ਦਿਖ ਰਿਹਾ, ਦੇਖੋ ਜੀ ਹੁਣ ਛੱਡਤਾ, ਉਹਨੂੰ ਛੱਡਣਾ ਨਹੀਂ ਚਾਹੀਦਾ ਸੀਗਾ। ਤੇ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਸਾਹਮਣੇ ਆਏਗਾ, ਬਿਕੋਜ਼ ਜਿਹੜੀ ਉਹਦੀ ਕਾਰ ਹੈ ਉਹਨੇ ਬਲੈਕ ਟਿਪ ਫਿਲਮਿੰਗ ਤਾਂ ਕੀਤੀ ਉਹਨੇ ਪੂਰੀ ਕਾਰ ਹੀ ਬਲੈਕ ਕੀਤੀ ਹੋਈ ਹੈ। ਉਹਦਾ ਕਾਰ ਦਾ ਕਲਰ ਵੀ ਵਾਈਟ ਜਾਂ ਸਿਲਵਰ ਸੀਗਾ, ਇਹ ਵੀ ਸਾਨੂੰ ਕਿਸੇ ਨੇ ਦੱਸਿਆ। ਸੋ ਅਸੀਂ ਰਿਪਰੈਜ਼ੈਂਟੇਸ਼ਨ ਦੇ ਵਿੱਚ ਜਿਹੜੀ ਅਸੀਂ ਇੱਕ ਹੋਰ ਜਿਹੜੇ ਇਨਵੈਸਟੀਗੇਸ਼ਨ ਦੇ ਨੇ, ਹਾਲਾਂਕਿ ਚਲੋ ਸਾਡਾ ਬੰਦਾ ਨਹੀਂ ਹੈ, ਬਟ ਫਿਰ ਵੀ ਇੱਕ ਐਜ਼ ਅ ਲਾਅ ਬਾਈਂਡਿੰਗ ਸਿਟੀਜ਼ਨ ਅਸੀਂ, ਤੇ ਬਾਕੀ ਜਿਹੜਾ ਵੀ ਇੱਕ ਹੈਲਪ ਕਰਨ ਵਾਸਤੇ ਪੁਲਿਸ ਦੀ, ਇਹ ਨਹੀਂ ਵੀ ਅਸੀਂ ਕੋਰਟ ਦੇ ਧਿਆਨ ਜਿਹੜੇ ਅਸੀਂ ਪੁਲਿਸ ਦੀ ਵੀ ਹੈਲਪ ਕਰਨ ਨੂੰ ਤਿਆਰ ਹਾਂ। ਇਨਵੈਸਟੀਗੇਸ਼ਨ ਦਾ ਕਦੇ ਦੇਖੋ ਹਾਲੇ ਉਹਨਾਂ ਨੇ ਮੋਬਾਈਲ ਜਿਹੜਾ ਜ਼ਬਤ ਨਹੀਂ ਕੀਤਾ ਹਾਲੇ ਤੱਕ, ਜਿਹਦੇ ਤੋਂ ਅਪਲੋਡਿੰਗ ਹੋਈ ਹੈ। IG ਸਾਹਿਬ ਨੇ ਇਹ ਜਿਹੜਾ ਹੈਗਾ 7ਵੇਂ ਪੈਰੇ ਦੇ ਵਿੱਚ ਆਹ ਦੇਖੋ, ਇਹਦੇ 'ਚ ਲਿਖਿਆ ਇਨਵੈਸਟੀਗੇਸ਼ਨ ਇਨਟੂ ਦਾ ਕੇਸ ਇਜ਼ ਬੀਇੰਗ ਕੰਡਕਟਡ ਫॉर ਵਿਚ ਇਜ਼ ਦਾ ਕੰਪੈਕਟ ਡਿਸਕ CD of the above incident which went viral was sent to the Centre Forensic Laboratory CFSL Chandigarh, but the CFSL is closed till 18/5/2020. Further action will be taken after proper investigation in the case. ਇਹ ਜਿਹੜਾ ਐਫਆਈਆਰ ਫਾਈਲ ਕੀਤਾ 14 ਤਰੀਕ ਨੂੰ, ਉਹਦੇ 'ਚ ਉਹਨਾਂ ਨੇ 7ਵੇਂ ਨੰਬਰ ਪੈਰੇ ਦੇ ਵਿੱਚ ਲਿਖਿਆ, ਜਿਹੜੇ ਕਿ ਤੁਹਾਨੂੰ ਡਾਕੂਮੈਂਟਸ ਵੀ ਅਸੀਂ ਪ੍ਰੋਵਾਈਡ ਕਰਾਤੇ ਨੇ, ਕੋਈ ਵੀ ਬੰਦਾ ਇਹਨਾਂ ਨੂੰ ਐਫਆਈਆਰਸ ਨੂੰ ਲੈ ਸਕਦਾ, ਜਾਂ ਕੋਈ ਵੀ ਇਹਦੇ ਕੇਸ ਦੇ ਰਿਲੇਟਡ ਜਿਹੜਾ ਡਾਕੂਮੈਂਟਸ ਹੈ ਤੁਹਾਡੇ ਥਰੂ ਮੰਗ ਸਕਦਾ, ਸਾਡੇ ਤੋਂ ਵੀ ਲੈ ਸਕਦਾ ਕੋਈ। ਅਸੀਂ ਇਹ ਨਹੀਂ ਵੀ ਹਾਂ ਵੀ ਫੇਅਰਲੀ ਇਨਕੁਆਇਰੀ ਕਰ ਰਹੇ ਹਾਂ, ਫੇਅਰਲੀ ਅਸੀਂ ਕਰ ਰਹੇ ਹਾਂ, ਬਿਕੋਜ਼ CD ਤਾਂ ਮੈਂ ਤੁਹਾਨੂੰ ਹੁਣ ਭੇਜੀ, ਤੁਸੀਂ ਉਹਦੀ CD ਬਣਾਓ, ਉਹਦੀ ਅਥੈਂਟਿਸਿਟੀ ਕੀ ਆ, ਉਹ ਤਾਂ ਸੈਕੰਡਰੀ ਐਵੀਡੈਂਸ ਹੋ ਗਿਆ ਨਾ। ਮੇਨ ਜਿਹੜਾ ਉਹਦੇ ਤੋਂ ਅਪਲੋਡ ਕੀਤਾ, ਉਹਦੇ 'ਚ ਐਕਚੁਅਲ ਦੇ ਵਿੱਚ ਪਤਾ ਲੱਗਣਾ ਵੀ ਉਹ ਮੋਬਾਈਲ ਕਿਹਦਾ ਸੀ। IT ਐਕਟ ਦਾ ਵੀ ਪਰਚਾ ਦਰਜ ਹੋਣਾ ਉਸ ਬੰਦੇ ਦੇ ਖਿਲਾਫ। ਜੇ ਉਹ 9 ਬੰਦਿਆਂ ਦੇ ਵਿੱਚੋਂ ਅਕਿਊਜ਼ ਦੇ ਵਿੱਚੋਂ ਕਿਸੇ ਦਾ ਮੋਬਾਈਲ ਹੈਗਾ, ਦੈਨ ਠੀਕ ਹੈ, ਇਹਨਾਂ ਦੇ ਹੋਊਗਾ, ਨਹੀਂ ਤਾਂ 10ਵਾਂ ਬੰਦਾ ਇੱਕ ਇਹਦੇ 'ਚ ਹੋਰ ਵੀ ਐਡ ਹੋਊਗਾ। ਮੋਬਾਈਲ ਦੇ ਵਿੱਚ ਇਹ ਵੀ ਦੇਖਿਆ ਜਾਊਗਾ ਵੀ ਇਹਨਾਂ ਤੋਂ ਇਲਾਵਾ ਕਿਹੜੇ ਬੰਦੇ ਸੀਗੇ। ਬਟ ਜਿਹੜੇ ਉਹਨਾਂ ਕੋਲੇ ਜਿਹੜੇ ਹੈਗੇ ਲੈਂਡਲੋਰਡ ਹੋਰ ਵੀ ਸੀਗੇ, ਜਿਹੜੇ ਜ਼ਮੀਨ ਵਾਲੇ, ਮਿਸਟਰ ਕਰਮਜੀਤ ਸਿੰਘ, ਉਹਦੀ ਵੀਡੀਓ ਕਾਫੀ ਵਾਇਰਲ ਹੋਈ ਆ। ਉਹਨੇ ਕਿਹਾ ਘੱਟੋ ਘੱਟ 15 ਤੋਂ ਲੈ ਕੇ 20 ਬੰਦੇ ਪੁਲਿਸ ਮੁਲਾਜ਼ਮ ਸੀਗੇ, ਅਤੇ ਪਲੱਸ ਉਸ ਤੋਂ ਬਾਅਦ ਟੋਟਲ ਜਿਹੜੇ 30 ਤੋਂ ਲੈ ਕੇ 35 ਬੰਦੇ ਸੀਗੇ। ਉਹ 30 ਤੋਂ ਪਰਚਾ ਤਾਂ 9 ਬੰਦੇ ਦੇ ਖਿਲਾਫ ਹੋਇਆ, ਉਹ ਬਾਕੀ ਦੇ ਰੈਸਟ ਆਫ ਪਰਸਨਸ ਕੌਣ ਸੀਗੇ। ਸੋ ਕਿਧਰੇ ਨਾ ਕਿਧਰੇ ਜਦੋਂ ਇਹ ਮੋਬਾਈਲ ਮਿਲ ਜਾਣਾ, ਅਤੇ ਅੱਜ ਕੱਲ੍ਹ ਤਾਂ IMI ਨੰਬਰ IP ਐਡਰੈਸ 'ਤੇ ਤੁਸੀਂ ਟਿਕਟੋਕ ਦੇ ਉੱਤੇ ਤੁਸੀਂ ਜਿੰਨਾ ਮਰਜ਼ੀ ਗੱਲ ਕਰ ਲਓ, ਤਾਂ ਜਿਹੜੀ ਚੰਡੀਗੜ੍ਹ ਪੁਲਿਸ ਵੀ ਕਰਦੀ ਹੈ। ਮੇਰੇ ਦੋਸਤ ਨੇ, ਮੈਂ ਉਹਨਾਂ ਨਾਲ ਵੀ ਡਿਸਕਸ ਕੀਤਾ ਚੰਡੀਗੜ੍ਹ ਪੁਲਿਸ ਵਾਲਿਆਂ ਨਾਲ, ਉਹ ਕਹਿੰਦੇ ਤੁਸੀਂ ਟਿਕਟੋਕ ਨੂੰ ਲੈਟਰ ਲਿਖੋ, ਉਹ ਤਾਂ ਲੋਕੇਸ਼ਨ ਤੱਕ ਦੱਸ ਦਿੰਦੇ ਵੀ ਅਪਲੋਡ ਵੀਡੀਓ ਕਿੱਥੇ ਹੋਈ ਹੈ ਐਗਜ਼ੈਕਟਲੀ। ਸੋ ਕਈ ਚੀਜ਼ਾਂ ਨੇ ਲਿਖੀਆਂ ਕਿਉਂ ਨਹੀਂ ਹਾਲੇ ਤੱਕ, ਇਹ ਅੱਜ ਤੱਕ 1 ਮਹੀਨਾ ਅਤੇ 5 ਦਿਨ ਹੋ ਗਏ, ਅਤੇ ਇਹ ਮੋਬਾਈਲ ਤਾਂ ਉਹਨਾਂ ਕੋਲ ਟਰੇਸ ਨਹੀਂ ਹੋਇਆ। ਅਤੇ ਕਿਉਂ ਨਹੀਂ ਹੋਇਆ? ਬਿਕੋਜ਼ ਦਿਸ ਇਜ਼ ਦਾ ਮੇਨ ਪਾਰਟ ਜਿਹੜਾ ਅੱਗੇ ਜਾ ਕੇ ਕੇਸ ਨੂੰ ਕਮਜ਼ੋਰ ਵੀ ਪਾ ਸਕਦਾ। ਸੋ ਕਈ ਚੀਜ਼ਾਂ ਨੇ ਇਹਦੇ 'ਚ ਜਿਹੜੀਆਂ, ਇਹ ਤਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸੀ ਹੈ, ਇਹਦੇ 'ਚ ਇਹਦੇ ਨਾਲ ਦੀਆਂ 20 ਚੀਜ਼ਾਂ ਨੇ ਜਿਹੜੀਆਂ ਅਸੀਂ ਲਿਖ ਕੇ ਦਿੱਤੀਆਂ ਨੇ, ਬਟ ਦਿਸ ਇਜ਼ ਦਾ ਮੇਨ ਥਿੰਗ। ਆਖਰੀ ਸਵਾਲ ਹੈ ਮੇਰਾ ਤੁਹਾਨੂੰ ਜੋਸ਼ੀ ਜੀ, ਤੁਸੀਂ ਇਹਦੇ ਵਿੱਚ ਅੱਗੇ ਜਿਹੜਾ ਹੁਣ ਤੁਹਾਡਾ ਲਾਈਨ ਆਫ ਕੋਰਸ ਕੀ ਹੋਏਗਾ? ਤੁਸੀਂ ਇਹਨੂੰ ਕੇਸ ਨੂੰ ਅੱਗੇ ਕਿਵੇਂ ਪਰਸਿਊ ਕਰੋਗੇ, ਜਾਂ ਤੁਸੀਂ ਅੱਗੇ ਕੀ ਐਕਸਪੈਕਟ ਕਰ ਰਹੇ ਹੋ ਜੁਡੀਸ਼ਰੀ ਤੋਂ ਅਤੇ ਇਨਵੈਸਟੀਗੇਟਿਵ ਏਜੰਸੀ ਤੋਂ, ਜਾਂ ਆਪਣੇ ਆਪ ਤੋਂ? ਇਹਦਾ ਬੜਾ ਇੱਕ ਫੇਅਰਲੀ ਜਵਾਬ ਹੈ ਵੀ ਸਾਡੇ ਲਾਈਨ ਆਫ ਐਕਸ਼ਨ ਦਾ ਜਿਹੜਾ ਹੈਗਾ ਬਾਅਦ 'ਚ ਪਤਾ ਲੱਗਣਾ। ਪਹਿਲਾਂ ਲਾਈਨ ਆਫ ਐਕਸ਼ਨ ਜਿਹੜਾ ਪੰਜਾਬ ਪੁਲਿਸ ਦਾ ਕੀ ਹੁੰਦਾ, ਅਤੇ ਉਹ ਜੇ ਫੇਰ ਇਨਵੈਸਟੀਗੇਸ਼ਨ ਕਰਦੀ ਹੈ ਨਹੀਂ ਕਰਦੀ, ਜਿਹੜਾ ਕਿ ਸਾਨੂੰ ਉਮੀਦ ਨਹੀਂ ਹੈ। ਤੋ ਅਸੀਂ ਜਿਹੜਾ ਹੈਗਾ ਇਹ SHO ਦੀ ਅਤੇ IG ਦੀ, ਜਿਹੜੇ SHO ਅਤੇ DSP ਜਿਹੜੇ ਛਿੱਬੜ ਨੇ, ਉਹਨਾਂ ਦੀ ਅਸੀਂ ਕੰਪਲੇਂਟ ਕਰਤੀ ਹੈ। ਵਿੱਚ IG ਦਾ ਵੀ ਜਿਹੜਾ ਉਹਦੇ 'ਚ ਮੈਂਸ਼ਨ ਕਰਤਾ ਵੀ ਹਾਂ ਵੀ ਉਹਨਾਂ ਦਾ ਲਾਈਨ ਆਫ ਐਕਸ਼ਨ ਕੀ ਸੀਗਾ ਜਦੋਂ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ, ਬਿਕੋਜ਼ ਉਹਨਾਂ ਨੇ ਐਫਆਈਆਰ ਫਾਈਲ ਕੀਤਾ ਸੀਗਾ ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਸੋ ਬੀਇੰਗ ਆ ਇੰਚਾਰਜ ਆਫ ਦਾ ਹੋਲ ਡਿਸਟ੍ਰਿਕਟਸ, 3-4 ਡਿਸਟ੍ਰਿਕਟ ਉਹਨਾਂ ਦੇ ਅੰਡਰ ਆਉਂਦੇ ਨੇ। IG ਜਿਹੜੇ ਪਟਿਆਲਾ ਰੇਂਜ ਦੇ ਨੇ, ਉਹਨਾਂ ਨੇ ਕੋਈ ਜਿਹੜਾ ਹੈਗਾ ਇਨੀਸ਼ੀਏਟਿਵ ਨਹੀਂ ਲਿਆ ਉਹਨੂੰ ਅਰੈਸਟ ਕਰਨ ਦਾ। ਜਸਟ ਇੱਕ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਤਾ ਵੀ ਇਹਦੇ 'ਚ ਅਸੀਂ ਆਲਰੇਡੀ 12 ਜੂਨ ਤੱਕ ਜਿਹੜਾ ਹੈਗਾ ਇਹਨੂੰ ਇੱਕ ਨੋਟਿਸ ਦਿੱਤਾ ਹੋਇਆ ਅਤੇ ਉਹਨੇ ਅਪੀਅਰ ਹੋਣਾ। ਸੋ ਅਸੀਂ ਅਕਿਊਜ਼ ਦੀ ਗੱਲ ਦੇ ਉੱਤੇ ਥੋੜ੍ਹਾ ਯਕੀਨ ਕਰਨਾ। ਇਹੋ ਜਿਹੀ ਗੱਲ ਹੁੰਦੀ ਤਾਂ ਇਹਨੇ ਅੱਜ ਉਹਨੂੰ 22-23 ਦਿਨ ਹੋ ਗਏ ਭੱਜੇ ਵੇ, ਆਈ ਥਿੰਕ 20 ਤਰੀਕ ਦਾ ਭੱਜਿਆ ਹੋਇਆ। ਉਹ ਵੀ ਅਸੀਂ ਜਦੋਂ ਲੈਟਰ ਲਿਖੀ ਹੈ 18 ਤਰੀਕ ਤੋਂ ਬਾਅਦ, ਅਸੀਂ ਜਿਹੜੀ PMO ਨੂੰ ਅਤੇ ਜਿਹੜੀ ਲਿਖੀ ਹੈ ਗਵਰਨਰ ਨੂੰ ਅਤੇ DGP ਨੂੰ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਹਲੇ PL ਪੈਣ ਤੋਂ ਬਾਅਦ ਵੀ ਇਹ ਆਰਡਰ ਲੈਣ ਤੋਂ ਬਾਅਦ ਵੀ, ਆਰਮਸ ਐਕਟ ਲਵਾਉਣ ਤੋਂ ਬਾਅਦ ਵੀ ਟਿਕ ਨਹੀਂ ਰਹੇ, ਇਹ ਅੱਗੇ ਵੀ ਫਰਦਰ ਕੋਰਸ ਆਫ ਐਕਸ਼ਨ ਇਹਨਾਂ ਦਾ ਰਹਿਣਾ। ਬਿਕੋਜ਼ ਸਾਨੂੰ ਨਾ ਕਿਧਰੇ ਹੋਇਆ ਵੀ ਯਾਰ ਸਾਡੇ ਨਾਲ ਵੀ ਧੱਕਾ ਹੋ ਸਕਦਾ ਸੀਗਾ ਜੇ ਅਸੀਂ ਕਰਦੇ। ਸੋ ਲਾਈਨ ਆਫ ਐਕਸ਼ਨ ਉਹਨਾਂ ਦੇ ਅਕੋਰਡਿੰਗਲੀ ਰਹਿਣਾ। ਅਤੇ ਅਸੀਂ ਆਲਰੇਡੀ ਉਹਦੇ 'ਚ ਇਹ ਵੀ ਡਿਮਾਂਡ ਕਰਤੀ ਹੈ ਵੀ IG ਪਟਿਆਲਾ ਰੇਂਜ ਤੋਂ ਛੱਡ ਕੇ ਇਨਕੁਆਇਰੀ ਜਿਹੜੀ ਹੈ IG ਕ੍ਰਾਈਮ ਨੂੰ ਦਿੱਤੀ ਜਾਵੇ, ਜਿਹੜੇ ਕਿ ਮਿਸਟਰ ਆਈ ਥਿੰਕ ਨਾਗੇਸ਼ਵਰ ਰਾਓ ਨੇ, ਐਂਡ ਹੀ ਇਜ਼ ਅ ਵੈਰੀ ਜੈਨੂਅਨ ਪਰਸਨ ਤਾਂ ਸਾਨੂੰ ਔਲਖ ਸਾਹਿਬ ਦਾ ਵੀ ਪਤਾ ਲੱਗਿਆ ਸੀ ਵੀ ਇਹ ਬੜੇ ਇਮਾਨਦਾਰ ਬੰਦੇ ਨੇ। ਬਟ ਕਿਧਰੇ ਨਾ ਕਿਧਰੇ ਮੈਨੂੰ ਇਹ ਲੱਗਦਾ ਵੀ ਜਿਹੜੇ PPS ਪ੍ਰਮੋਟਰੀ ਨੇ ਅਤੇ IPS ਦੇ ਵਿੱਚ ਬਹੁਤ ਫਰਕ ਹੁੰਦਾ। ਸੋ ਪਰਮਾਤਮਾ ਉਹਨਾਂ ਦੀ ਵੱਡੀ ਉਮਰ ਕਰੇ ਅਤੇ ਉਹਨਾਂ ਨੂੰ ਤਰੱਕੀ ਬਖਸ਼ੇ। ਬਟ ਇਸ ਕੇਸ ਦੇ ਵਿੱਚ ਜਿਹੜਾ ਮੇਰੇ ਖਿਆਲ 'ਚੋਂ ਕਿਧਰੇ ਨਾ ਕਿਧਰੇ ਜਿਹੜੇ ਪੋਲੀਟੀਕਲ ਸਿਸਟਮ ਤੋਂ ਜਾਂ ਫਿਰ ਕਿਸੇ ਬੈਸਟ ਰੀਜ਼ਨ ਉਹ ਦੱਸਣਗੇ, ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਵੀ ਦਬਦੇ ਥੋੜ੍ਹੇ ਨਜ਼ਰ ਆ ਰਹੇ ਨੇ। ਨਹੀਂ ਤਾਂ ਅਦਰਵਾਈਜ਼ IG ਲੈਵਲ ਦਾ ਬੰਦਾ ਇੱਕ ਫੋਨ ਕਰੇ, ਜਦੋਂ ਉਹਨਾਂ ਨੂੰ ਫੋਨ ਪਤਾ ਲੱਗ ਗਿਆ, ਜੇ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਵੀ ਸੀਗਾ ਅਤੇ ਉਹਨਾਂ ਕੋਲ ਤਾਂ ਇੱਕ ਬਹਾਨਾ ਸੀਗਾ, ਅਸੀਂ ਤਾਂ ਆਡੀਓ ਵੀ ਵਾਇਰਲ ਕਰਤੀ ਸੀ, ਉਹਨਾਂ ਨੂੰ ਪਤਾ ਲੱਗੇ ਵੀ ਹਾਈ ਕੋਰਟ ਨੇ ਦੀ ਐਡਵੋਕੇਟ ਨੂੰ ਪਤਾ ਲੱਗ ਗਿਆ, ਅਤੇ ਉਹਨਾਂ ਕੋਲ ਇੱਕ ਬਹਾਨਾ ਸੀਗਾ ਵੀ ਇਹਨੂੰ ਫੜਨ ਦਾ।
ਵੀ ਅਸੀਂ ਤਾਂ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਤੇ ਅਸੀਂ ਹੁਣ ਹਾਈ ਕੋਰਟ ਦੀ ਨੌਲੇਜ ਦੇ ਵਿੱਚ ਆ ਗਿਆ ਜਿਨ੍ਹਾਂ ਨੇ ਅਪੀਲ ਪਾਈ ਆ, ਤੇ ਉਹ ਅੱਗੇ ਫਰਦਰ, ਕਿਉਂਕਿ ਪਹਿਲਾਂ ਵੀ ਆਰਮਸ ਐਕਟ ਉਹਨਾਂ ਕਰਕੇ ਲੱਗਿਆ ਤੇ ਉਹਨਾਂ ਕੋਲ ਸਾਡੇ ਨਾਂ ਦਾ ਬਹਾਨਾ ਸੀਗਾ, ਕਿਤੇ ਨਾ ਕਿਤੇ ਸਾਡੇ ਨਾਂ ਦਾ ਬਹਾਨਾ ਲੈ ਕੇ ਉਹਨੂੰ ਅਰੈਸਟ ਕਰ ਸਕਦੇ ਸੀਗੇ। ਸੋ ਐਡੀ ਵੀ ਉਹਦੀ ਕੋਈ ਇਹ ਨਹੀਂ ਸੀਗੀ ਵੀ ਹਾਂ ਵੀ ਜੇ ਉਹਨੂੰ ਅਰੈਸਟ ਕਰ ਵੀ ਲੈਂਦੇ ਤੇ ਹੋ ਸਕਦਾ 3 ਜਾਂ 4 ਦਿਨ ਤੱਕ ਉਹਨੂੰ ਬਾਅਦ 'ਚ ਜ਼ਮਾਨਤ ਆਪਣੇ ਬੇਲ 'ਤੇ ਵੀ ਆ ਜਾਂਦਾ ਉਹ। ਸੋ ਕਿਧਰੇ ਨਾ ਕਿਧਰੇ ਉਹਨੂੰ ਚਾਹੁੰਦੇ ਵੀ ਉਹ ਜੇਲ੍ਹ ਦਾ ਰਸਤਾ ਜਿਹੜਾ ਕਾਮਨ ਮੈਨ ਨੂੰ ਦਿਖਾਉਣਾ ਚਾਹੁੰਦੇ ਨੇ। ਉਹ ਇੱਕ ਸੈਲੀਬ੍ਰਿਟੀ ਤੇ VIP ਵਾਸਤੇ ਨਹੀਂ ਹੈ ਜੇਲ੍ਹ ਦਾ ਦਰਵਾਜ਼ਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਥੋਂ ਇੱਕ ਗੱਲ ਬੜੀ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਕਿ ਜਿੱਥੇ ਕਾਨੂੰਨ ਦੀ ਗੱਲ ਕੀਤੀ ਜਾਵੇ, ਕਹਿੰਦੇ ਤਾਂ ਜ਼ਰੂਰ ਹੈ ਵੀ ਕਾਨੂੰਨ ਦੇ ਹੱਥ ਲੰਬੇ ਨੇ, ਪਰ ਇੱਥੇ ਗੱਲ ਆਪਾਂ ਸਿਰਫ ਸਿੱਧੂ ਮੂਸੇਵਾਲਾ ਦੀ ਨਹੀਂ ਕਰ ਰਹੇ ਹਾਂ। ਗੱਲ ਇਹ ਹੋ ਰਹੀ ਹੈ ਕਿ ਕਾਨੂੰਨ ਦੇ ਲਈ ਜਿਹੜਾ ਇੱਕ ਆਮ ਆਦਮੀ ਹੈ ਜਾਂ ਇੱਕ ਸੈਲੀਬ੍ਰਿਟੀ ਜਾਂ VIP ਹੈ, ਉਹ ਦੋ ਅਲੱਗ-ਅਲੱਗ ਕਿਉਂ ਨੇ? ਉਹਨਾਂ ਦੇ ਲਈ ਜਿਹੜਾ ਕਾਨੂੰਨ ਹੈ ਅਲੱਗ ਤਰੀਕੇ ਦੇ ਨਾਲ ਕਿਉਂ ਦੇਖਦਾ, ਕਿਉਂ ਗੱਲ ਕਰਦਾ ਹੈ, ਜਾਂ ਕਿਉਂ ਉੱਥੇ ਉਹਦੀ ਜਿਹੜੀ ਹੈਗੀ ਹੈ ਦਿੱਖ ਜਿਹੜੀ ਹੈ ਬਦਲ ਜਾਂਦੀ ਹੈ? ਇਹ ਇੱਕ ਸਵਾਲ ਹਮੇਸ਼ਾ ਬਣਿਆ ਰਹੇਗਾ। ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਇਹ ਹਮੇਸ਼ਾ ਕਈ ਵਾਰ ਹੋਇਆ। ਕਈ ਐਸੇ ਕੇਸਿਸ, ਕਈ ਐਸੇ ਐਪੀਸੋਡ, ਕਈ ਐਸੇ ਉਦਾਹਰਣ ਅਸੀਂ ਦੇਖ ਸਕਦੇ ਹਾਂ ਜਾਂ ਦਰਜ ਹੁੰਦੇ ਰਹੇ ਨੇ ਜਿੱਥੇ ਕਿ ਆਮ ਆਦਮੀ ਨੂੰ ਬਹੁਤ ਕੁਝ ਭੁਗਤਣਾ ਪਿਆ, ਤੇ ਕਈ ਵਾਰੀ ਜਿਹੜੇ VIP ਜਾਂ ਸੈਲੀਬ੍ਰਿਟੀ ਜਾਂ ਜਿਨ੍ਹਾਂ ਦਾ ਕੋਈ ਪੋਲੀਟੀਕਲ ਸਟੈਂਡ ਹੈ ਜਾਂ ਕੋਈ ਉਹਨਾਂ ਦੇ ਪਿੱਛੇ ਫੋਰਸ ਕੰਮ ਕਰਦੀ ਹੈ, ਤੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਚੀਜ਼ਾਂ ਨੂੰ ਡਿਲੇ ਕਰਨ ਦੇ ਵਿੱਚ ਜਾਂ ਐਸਕॉर्ट ਫ੍ਰੀ ਹੋਣ ਦੇ ਵਿੱਚ ਬਹੁਤ ਈਜ਼ੀਲੀ ਜਿਹੜਾ ਹੈਗਾ ਉਹ ਅੱਗੇ ਵੱਧ ਜਾਂਦੇ ਹੈ। ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।